मित्र प्यारे हाल मुरीदा दा कहना। गुरु नानक पद पंकज वंदन पद पंकज वंदन सिमरो अंगद दुख निकंदन। गुर अमरदास हृदय नित त्यावो हृदय नित। श्री गुरु रामदास गुण गुर अर्जन विघ्नन के नासक विघ्नन के हर गोविंद शुभ सुमत प्रकाशक। श्री हर राय नमो कर जोरी नमो कर। श्री हर कृष्ण मनाऊं बहोरी। गुरु तेग बहादुर परम कृपाला जी परम कृपा। श्री गुरु गोविंद सिंह बेसा तरो तरा पर पुन पुन सीसा जी पुन पुन सी। बंदों बार बार जगदीश एक ओंकार सतगुरु तेह प्रसाद सच हो। वाहेगुरु जी की फतेह है विघ्न विनाशन सो। वाहेगुरु जी की फतेह है विघ्न विनाशन सोए। दोहरा मेलो आयो टिंग जो तब पंथ भयो प्यार। मरनो टरते थे गिणत जितनो हार। वाहिगुरु जी का खालसा वाहिगुरु जी की फतेह। जुग हो जुग अटल चवर छतर तख्त के मालक साहिबे कमाल दसां पातशाहियां दे पावनात्मक सरूप सतगुरु धन श्री गुरु ग्रंथ साहिब जी महाराज गरीब नवाज सच्चे पातशाह जी दे पावन चरणा कमलों पास हाजरियां भर रही गुरु स्वरूप गुरु खालसा साध संगत जी। लड़ीवार गुरु पंथ गुरु इतिहास सरवण करने वास्ते आप जी जुड़ बैठे हो। सरदार कपूर सिंह जी नवाब बड़ी तीक्ष्ण बुद्धि दे नाल उन्हां खालसे पंथ की रहनुमाई की है। सरदार जस्सा सिंह 12,000 घोड़ियां नूं दाणा वंडण की सेवा उन्हां लाई। सिंह जस्सा सिंह बच्चा सी उन्होंने तंग करते सन रवाते सन। एक दिन रो के जस्सा सिंह कपूर सिंह जी के पास आया। मेरे कोलों दाणा नहीं वंडिया जाता। सिंह मैनू मखौल करते मैनू तंग करते ने। नवाब कपूर सिंह ने प्रेम नाल सीस ते हाथ रखिया बचन किया कि हे जस्सा सिंह मैं सेवा करदा सी मैनू इन्हां नवाब बना दिता तैनू ये पातशाह बनाउणगे पातशाही तेरे ताबिया कर देणगे। इस प्रकार समा आया जदों सरदार जस्सा सिंह आलूवालिया पंथ पातशाह बनया। एक दिन मन विच नवाब जी सोचण लगे कि मैं
ਹੋਰ ਕੋਈ ਕੌਤਕ ਨਹੀਂ ਕੀਤਾ। ਬਾਕੀ ਸਿੰਘਾਂ ਨੇ ਆਪਣਾ ਆਪਣਾ ਬਲ ਵਿਖਾਇਆ ਹੈ। ਸ਼ਿਕਾਰ ਖੇਡਦੇ ਲਾਹੌਰ ਨੂੰ ਜਾ ਵੜੇ। ਚਬੂਤਰੇ 'ਤੇ ਬਹਿ ਕੇ 2 ਪਹਿਰ ਆਪਣਾ ਹੁਕਮ ਚਲਾਇਆ। 2 ਪਹਿਰਾਂ ਬਾਅਦ ਲਾਹੌਰ ਦੇ ਨਵਾਬ ਨੂੰ ਖਬਰ ਹੋ ਗਈ। ਉਹਨੇ ਖਿਰਜਾ ਖਾਨ ਨੂੰ ਭੇਜਿਆ। ਇਤਨੇ ਨੂੰ ਨਵਾਬ ਕਪੂਰ ਸਿੰਘ ਸਿੰਘਾਂ ਦਾ ਜਥਾ ਲੈ ਕੇ ਵਾਪਸ ਆਪਣੇ ਇਲਾਕੇ ਵਿੱਚ ਆ ਗਏ। ਇਸ ਤਰ੍ਹਾਂ ਦਾ ਉਹਨਾਂ ਨੇ ਕੌਤਕ ਕਰ ਵਿਖਾਇਆ। ਇੱਧਰ ਅਸਲਮ ਖਾਨ ਦੀ ਮੌਤ ਤੋਂ ਬਾਅਦ ਸਮੁੰਦ ਖਾਨ ਤਖਤ 'ਤੇ ਬੈਠਾ ਹੈ। ਨਾਦਰ ਸ਼ਾਹ ਦੀ ਵੀ ਆਮਦ ਪੰਜਾਬ ਨੂੰ ਹੋ ਗਈ। ਖਾਲਸਾ ਪੰਥ ਇਸੇ ਪ੍ਰਕਾਰ ਮਾਝੇ ਤੋਂ ਮਾਲਵੇ ਦੇ ਇਲਾਕੇ ਵਿੱਚ ਆ ਗਿਆ। ਇਹਨਾਂ ਇਲਾਕਿਆਂ ਦੇ ਵਿੱਚ ਕੁਝ ਸਿੰਘ ਸਨ। ਬਾਬਾ ਗੌਹਰ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ, ਬਾਬਾ ਅੱਲਾ ਸਿੰਘ, ਇਹਨਾਂ ਸਾਰਿਆਂ ਨੇ ਪੰਥ ਦੀ ਸੇਵਾ ਕੀਤੀ। ਉਪਰੰਤ ਪੰਥ ਦੀ ਮਦਦ ਦੇ ਨਾਲ ਇਹਨਾਂ ਨੇ ਕਈ ਇਲਾਕੇ ਜਿੱਤ ਕੇ ਉਹਨਾਂ 'ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਸਿੰਘਾਂ ਨੂੰ ਪਤਾ ਲੱਗਿਆ ਕਿ ਦੀਵਾਲੀ ਦਾ ਮੇਲਾ ਨੇੜੇ ਆ ਗਿਆ, ਖਰਚਾ ਕੋਲ ਨਹੀਂ, ਤੇ ਸਾਰੇ ਪੰਥ ਨੇ ਰਲ ਕੇ ਸਰਹੰਦ 'ਤੇ ਹਮਲਾ ਕੀਤਾ। ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਲਾਹੌਰ ਨੂੰ ਇਸੇ ਪ੍ਰਕਾਰ ਸਰਹੰਦ ਨੂੰ ਸਿੰਘਾਂ ਨੇ ਲੁੱਟਿਆ ਹੈ। 2 ਪਹਿਰ ਸਰਹੰਦ ਲੁੱਟਣ ਤੋਂ ਬਾਅਦ ਸਿੰਘ ਵਾਪਸ ਚਲੇ ਗਏ ਤੇ ਠੀਕਰੀਵਾਲ ਨਗਰ ਵਿੱਚ ਜਾ ਕੇ ਆਪਣਾ ਡੇਰਾ ਕੀਤਾ। ਉਹ ਅਗਲੇ ਪ੍ਰਕਰਣ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੇਲੋ ਆਇਓ ਢਿੰਗ ਜੋ ਤਬ ਪੰਥ ਭਇਓ ਤਿਆਰ। ਸ੍ਰੀ ਅੰਮ੍ਰਿਤਸਰ ਸਾਹਿਬ ਖਾਲਸਾ ਪੰਥ ਬੜੇ ਪ੍ਰੇਮ ਦੇ ਨਾਲ ਬੰਦੀ ਛੋੜ ਦਿਵਸ ਦੀਵਾਲੀ ਦਾ ਦਿਹਾੜਾ ਮਨਾਉਂਦਾ ਸੀ। ਜਦੋਂ ਗੁਰੂ ਕੇ ਖਾਲਸੇ ਪੰਥ ਨੂੰ ਪਤਾ ਲੱਗਿਆ ਕਿ ਮੇਲਾ ਨਜ਼ਦੀਕ ਆ ਗਿਆ ਤੇ ਸਾਰਾ ਪੰਥ ਚਾਉ ਦੇ ਨਾਲ ਭਰ ਗਿਆ। ਗੁਰੂ ਕੇ ਖਾਲਸੇ ਨੇ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਸਤੇ ਤਿਆਰੇ ਕੱਸ ਲਏ ਹਨ। ਮਰਨੋਂ ਡਰਦੇ ਥੇ ਨਹੀਂ ਗਿਣਨ ਜਿਤਨੋਂ ਹਾਰ। ਗੁਰੂ ਕਾ ਖਾਲਸਾ ਮਰਨ ਤੋਂ ਨਹੀਂ ਡਰਦਾ, ਕਦੇ ਪ੍ਰਵਾਹ ਨਹੀਂ ਕਰਦੇ। ਕਿਤੇ ਹਾਰ ਹੋ ਜਾਏ ਤੇ ਉਹਨੂੰ ਵੀ ਜਿੱਤ ਦਾ ਰੂਪ ਹੀ ਸਮਝਦੇ ਹਨ ਕਿ ਖਾਲਸੇ ਦੀ ਜੇਤੀ ਹੋਈ ਹੈ। ਵੈਸੇ ਖਾਲਸਾ ਹਾਰਿਆ ਨਹੀਂ, ਸਦਾ ਖਾਲਸੇ ਦੀ ਜੇਤੀ ਹੋਈ। ਪਰ ਜੇ ਕਿਤੇ ਹਾਰ ਵੀ ਜਾਵਣ, ਇਹੀ ਸਮਝਦੇ ਸਨ ਕਿ ਸਾਡੀ ਜੇਤੀ ਹੋ ਗਈ ਹੈ। ਖਬਰ ਮਲਵਈਆਂ ਜਬ ਸੁਨ ਪਾਈ। ਜਦੋਂ ਮਾਲਵੇ ਦੇ ਇਲਾਕੇ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਸਾਰਾ ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਿਹਾ ਹੈ, ਆਨ ਪੰਥ ਕੋ ਦਈ ਵਧਾਈ। ਸਭ ਨੇ ਆ ਕੇ ਗੁਰੂ ਕੇ ਖਾਲਸੇ ਪੰਥ ਨੂੰ ਇਸ ਮੇਲੇ ਦੀਆਂ ਵਧਾਈਆਂ ਦਿੱਤੀਆਂ ਹਨ। ਜੁਦੇ ਜੁਦੇ ਦਏ ਸਭਨ ਘੋੜੇ। ਤੇ ਜੁਦੇ ਜੁਦੇ ਕਰਕੇ ਸਾਰੇ ਸਰਦਾਰਾਂ ਨੂੰ ਘੋੜੇ ਦਿੱਤੇ ਹਨ। ਜੜਤ ਪੰਥ ਹੱਥ ਆਗੇ ਜੋੜੇ। ਜਦੋਂ ਖਾਲਸਾ ਪੰਥ ਅੰਮ੍ਰਿਤਸਰ ਸਾਹਿਬ ਨੂੰ ਚੜ੍ਹ ਪਿਆ, ਤੁਰਨ ਦੀ ਤਿਆਰੀ ਕਰ ਲਈ, ਉੱਥੋਂ ਦੀਆਂ ਸਾਰੀਆਂ ਸੰਗਤਾਂ ਨੇ ਦੋਨੇ ਹੱਥ ਜੋੜੇ ਤੇ ਪੰਥ ਦੇ ਸਾਹਮਣੇ ਖਲੋ ਗਏ। ਆਗੇ ਵਧਿਓ ਪੰਥ ਸਿਉ ਰਾਹੀ। ਬੇਨਤੀ ਕੀਤੀ ਹੈ ਕਿ ਹੁਣ ਖਾਲਸੇ ਪੰਥ ਦਾ ਜਿਹੜਾ ਰਾਹ ਹੈ ਉਹ ਖੁੱਲ੍ਹ ਗਿਆ ਹੈ ਕਰ ਮੇਲੋ ਆਇਓ ਹਮ ਪਾਹੇ। ਤੇ ਤੁਸੀਂ ਮੇਲਾ ਕਰਕੇ ਦੁਬਾਰਾ ਸਾਡੇ ਇਲਾਕੇ ਵਿੱਚ ਹੀ ਵਾਪਸ ਆ ਜਾਣਾ। ਜੋ ਹਮ ਪਰ ਤੁਰਕ ਪਾਵ ਹੈ ਜੋਰ। ਸੋ ਤੁਸੀਂ ਸਾਡੀ ਮਦਦ ਕੀਤੀ ਹੈ। ਅਸੀਂ ਕਈ ਇਲਾਕਿਆਂ 'ਤੇ ਕਬਜ਼ਾ ਕੀਤਾ ਹੈ। ਇਹ ਤੁਰਕ ਨਾ ਹੁਣ ਸਾਡੇ 'ਤੇ ਆਪਣਾ ਜ਼ੋਰ ਪਾਉਣਗੇ, ਆਪਣੀ ਤਾਕਤ ਅਜਮਾਉਣਗੇ। ਖਬਰ ਲਿਓ ਹਮ ਆਨ ਬਹੋਰ। ਤੇ ਤੁਸੀਂ ਦੁਬਾਰਾ ਵਾਪਸ ਆ ਕੇ ਸਾਡੀ ਖਬਰਸਾਰ ਲਾ ਲੈਣਾ। ਜੇ ਤੁਰਕਾਂ ਨੇ ਸਾਡੇ 'ਤੇ ਜ਼ੋਰ ਅਜਮਾਇਸ਼ ਕੀਤੀ, ਤੁਸੀਂ ਆ ਕੇ ਸਾਡੀ ਮਦਦ ਕਰਨਾ। ਕਹਿਓ ਪੰਥ ਹਮ ਐ ਹੈ ਧਾਏ। ਗੁਰੂ ਕੇ ਖਾਲਸੇ ਪੰਥ ਨੇ ਬਚਨ ਕੀਤਾ ਹੈ ਮਾਲਵੇ ਦੀਆਂ ਸੰਗਤਾਂ ਨੂੰ ਕਿ ਜਦੋਂ ਵੀ ਜ਼ਰੂਰਤ ਹੋਵੇਗੀ, ਲੋੜ ਪਵੇਗੀ, ਅਸੀਂ ਜ਼ਰੂਰ ਚੜ੍ਹ ਕੇ ਆਵਾਂਗੇ। ਘੱਲਿਓ ਚਿੱਠੀ ਹਲਕਾਰੇ ਪਾਏ। ਹਲਕਾਰਾ ਭੇਜ ਦਿਓ, ਚਿੱਠੀ ਭੇਜ ਦਿਓ, ਜਦੋਂ ਵੀ ਮੁਸੀਬਤ ਦਾ ਸਮਾਂ ਹੋਇਆ ਅਸੀਂ ਪਹੁੰਚ ਜਾਵਾਂਗੇ। ਖਾਲਸੋ ਕਰ ਅਰਦਾਸ।
ਇਸ ਤਰ੍ਹਾਂ ਅਰਦਾਸ ਬੇਨਤੀ ਕਰਕੇ ਗੁਰੂ ਕਾ ਖਾਲਸਾ ਚੜ੍ਹ ਪਿਆ ਹੈ। ਕਰੈ ਨਾਮ ਪੰਥ ਸਤਿਗੁਰ ਆਪ। ਬੇਨਤੀ ਕੀਤੀ ਹੈ ਕਿ ਸਤਿਗੁਰੂ ਆਪਣੇ ਪੰਥ ਦੇ ਕਾਰਜ ਆਪ ਜੀ ਨੇ ਆਪ ਕਰਨੇ ਹਨ। ਚੜ ਖਾਲਸੋ ਤੁਰ ਲੰਘਿਓ ਦਰਿਆਏ। ਚੜ੍ਹ ਕੇ ਗੁਰੂ ਕਾ ਖਾਲਸਾ ਪੰਥ ਮਾਲਵੇ ਦੇ ਇਲਾਕੇ ਤੋਂ ਅੰਮ੍ਰਿਤਸਰ ਸਾਹਿਬ ਨੂੰ ਵਧਿਆ ਤੇ ਜਿੱਥੇ ਹਰੀ ਕੇ ਪੱਤਣ ਦਾ ਦਰਿਆ ਹੈ ਉਹਨੂੰ ਪਾਰ ਕਰਕੇ ਅਗਾਂਹ ਨੂੰ ਤੁਰ ਪਏ। ਸ੍ਰੀ ਅੰਮ੍ਰਿਤਸਰ ਪਹੁੰਚੇ ਆਏ। ਗੁਰੂ ਕਾ ਖਾਲਸਾ ਪੰਥ ਸ੍ਰੀ ਅੰਮ੍ਰਿਤਸਰ ਸਾਹਿਬ ਆ ਪਹੁੰਚਿਆ ਹੈ। ਅੱਗੇ ਤੁਰਕਨ ਦਿਓ ਤਲਾਬ ਵਿਗਾਰ। ਗੁਰੂ ਕੇ ਸਿੰਘਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਤੁਰਕਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਜਿਹੜਾ ਪਾਵਨ ਸਰੋਵਰ ਸੀ ਉਹ ਵਿਗਾੜ ਦਿੱਤਾ ਹੈ। ਚਿਣੇ ਬੂੰਗੇ ਸਭ ਦੀਨੇ ਡਾਰ। ਉਹਨਾਂ ਨੇ ਸਰੋਵਰ ਦੀ ਬੇਅਦਬੀ ਕੀਤੀ, ਸਰੋਵਰ ਨੂੰ ਮਿੱਟੀ ਨਾਲ ਭਰ ਦਿੱਤਾ, ਕੂੜਾ ਆਦਿਕ ਉਹਦੇ ਵਿੱਚ ਸੁੱਟ ਦਿੱਤਾ। ਜਿਹੜੇ ਬੂੰਗੇ ਚਿਣੇ ਹੋਏ ਸਨ ਉਹ ਬੂੰਗੇ ਵੀ ਹੇਠਾਂ ਸੁੱਟ ਦਿੱਤੇ ਹਨ। ਦੋਹਰਾ ਹੱਡ ਲਿੱਦ ਧੱਕ ਤਾਲ ਮਦ ਖੇਤੀ ਦਈ ਬਿਜਾਏ। ਜਿਵੇਂ ਘੋੜਿਆਂ ਦੀ ਲਿੱਦ ਹੋ ਗਈ, ਹੱਡੀਆਂ ਹੋ ਗਈਆਂ, ਮਿੱਟੀ ਹੋ ਗਈ, ਇਹੋ ਜੀਆਂ ਚੀਜ਼ਾਂ ਜਾ ਕੇ ਸਰੋਵਰ 'ਚ ਸੁੱਟ ਕੇ ਨਾ ਤੇ ਸਰੋਵਰ ਪੂਰ ਦਿੱਤਾ ਤੇ ਉੱਪਰ ਹਲ ਫੇਰ ਕੇ ਤੇ ਖੇਤੀ ਬੀਜ ਦਿੱਤੀ ਤੁਰਕਾਂ ਨੇ। ਇਸ ਤਰ੍ਹਾਂ ਉਹਨਾਂ ਨੇ ਸਰੋਵਰ ਦੀ ਬੇਅਦਬੀ ਕੀਤੀ ਹੈ। ਸੋ ਖਾਲਸਾ ਜਾ ਕੱਢ ਸੁੱਟਿਓ ਲੀਨੋ ਖੂਬ ਬਣਵਾਏ। ਖਾਲਸਾ ਪੰਥ ਅੰਮ੍ਰਿਤਸਰ ਸਾਹਿਬ ਪਹੁੰਚਿਆ। ਸਿੰਘਾਂ ਨੇ ਸਭ ਤੋਂ ਪਹਿਲਾਂ ਜਾ ਕੇ ਸਰੋਵਰ ਵਿੱਚੋਂ ਮਿੱਟੀ ਬਾਹਰ ਕੱਢੀ ਤੇ ਜਿਵੇਂ ਪਹਿਲਾਂ ਸਰੋਵਰ ਸੀ ਉਸੇ ਤਰ੍ਹਾਂ ਸਰੋਵਰ ਨੂੰ ਬੜਾ ਸੁੰਦਰ ਬਣਾਇਆ, ਸਰੋਵਰ ਦੀ ਸਫਾਈ ਆਦਿ ਕਰ ਦਿੱਤੀ ਹੈ। ਝੂਲਣਾ ਨਿਕਲ ਖੱਡ ਖੁੰਡਲ ਤੇ ਖਾਲਸਾ ਜੀ। ਇਸੇ ਪ੍ਰਕਾਰ ਜਿਹੜੇ ਸਿੰਘ ਖੱਡਾਂ ਆਦਿਕ ਵਿੱਚ ਵੜੇ ਸਨ, ਜੰਗਲਾਂ ਵਿੱਚ ਲੁਕੇ ਹੋਏ ਸਨ, ਉਹਨਾਂ ਨੂੰ ਜਦੋਂ ਪਤਾ ਲੱਗਿਆ ਉਹ ਸਾਰੇ ਸਿੰਘ ਇਹਨਾਂ ਇਲਾਕਿਆਂ ਵਿੱਚੋਂ ਬਾਹਰ ਨਿਕਲ ਕੇ ਆਏ ਹਨ। ਅੰਮ੍ਰਿਤਸਰ ਮੇਲੋ ਤੋਂ ਜ਼ਰੂਰ ਲਾਇਣਾ। ਉਹ ਸਿੰਘ ਕਹਿਣ ਲੱਗੇ ਵੀ ਇਸ ਸਾਲ ਅੰਮ੍ਰਿਤਸਰ ਸਾਹਿਬ ਜਾ ਕੇ ਆਪਾਂ ਮੇਲਾ ਜ਼ਰੂਰ ਲਾਉਣਾ ਹੈ। ਤੇ ਨਹਾਏ ਚਿਨਾਏ ਕੈ ਬੂੰਗੇ ਬੈਠੇ ਤੋਂ ਅਕਾਲ ਬੂੰਗੇ ਬੈਠ ਮਤੋ ਸਭ ਮਤਾਇਣਾ। ਤੇ ਨਹਾਏ ਚਨਾਏ ਕੈ ਬੂੰਗੇ ਬੈਠੇ। ਇਸੇ ਪ੍ਰਕਾਰ ਆਪਾਂ ਪਹਿਲਾਂ ਜਾ ਕੇ ਸਰੋਵਰ ਵਿੱਚ ਇਸ਼ਨਾਨ ਕਰਾਂਗੇ, ਉਥੇ ਬੂੰਗੇ ਬਣਾ ਕੇ ਤੇ ਅਸੀਂ ਬੈਠ ਜਾਵਾਂਗੇ। ਅਕਾਲ ਬੂੰਗੇ ਬੈਠ ਮਤੋ ਸਭ ਮਤਾਇਣ। ਅਕਾਲ ਬੂੰਗੇ ਖਾਲਸਾ ਹੁਣ ਜਾ ਕੇ ਬੈਠੇਗਾ। ਇਹ ਜਿਹੜਾ ਮਤਾ ਗੁਰੂ ਕੇ ਸਿੰਘਾਂ ਨੇ ਆਪਸ ਵਿੱਚ ਮਤਾਇਆ ਹੈ, ਭਾਵ ਉਹਨਾਂ ਨੇ ਮਤਾ ਪਕਾਇਆ ਹੈ। ਕਿਸੇ ਦੁਸ਼ਟ ਕੋ ਤੋੜ ਕੇ ਲੁੱਟ ਲਿਆਵੇ। ਇਸੇ ਪ੍ਰਕਾਰ ਜਦੋਂ ਲੋੜ ਹੋਵੇਗੀ, ਜਿਹੜੇ ਦੁਸ਼ਟ ਹਨ ਉਹਨਾਂ ਦੁਸ਼ਟਾਂ ਨੂੰ ਦੌੜ ਕੇ ਅਸੀਂ ਲੁੱਟ ਲਿਆਵਾਂਗੇ। ਤੋ ਬੈਠ ਬੂੰਗਨ ਮਦ ਖੂਬ ਖਾਵਣਾ। ਜਿਹੜੇ ਬੂੰਗੇ ਚਣਾਏ ਹੋਣਗੇ ਉਹਨਾਂ ਬੂੰਗਿਆਂ ਵਿੱਚ ਬਹਿ ਕੇ ਤੇ ਆਪਾਂ ਖੂਬ ਆਨੰਦ ਦੇ ਨਾਲ ਬਹਿ ਕੇ ਛਕਾਵਾਂਗੇ। ਤੁਰਕ ਘਣੇ ਆਵੇ ਸਿੰਘ ਭੱਜ ਜਾਵੇ। ਜਦੋਂ ਵੀ ਤੁਰਕ ਆਉਂਦੇ ਨੇ ਜ਼ਿਆਦੇ ਉਹਨਾਂ ਦੀ ਗਿਣਤੀ ਹੁੰਦੀ ਹੈ, ਭਾਰੀ ਤੁਰਕ ਚੜ੍ਹ ਕੇ ਆ ਜਾਂਦੇ ਤੇ ਮਜਬੂਰਨ ਸਿੰਘਾਂ ਨੂੰ ਉੱਥੋਂ ਭੱਜ ਕੇ ਜਾਣਾ ਪੈਂਦਾ ਹੈ। ਇਵੇਂ ਹੁਣ ਬਾਦਾ ਸਤਿਗੁਰ ਭਾਵਨਾ। ਪਰ ਫਿਰ ਵੀ ਖਾਲਸੇ ਵਿੱਚ ਵਾਧਾ ਹੀ ਹੁੰਦਾ ਹੈ, ਗੁਰੂ ਨੂੰ ਇਹੀ ਭਾਉਂਦਾ ਹੈ। ਤੁਰਕ ਆਉਂਦੇ ਨੇ, ਸਿੰਘਾਂ ਨੂੰ ਗੁਰੂ ਕੀ ਨਗਰੀ ਛੱਡਣੀ ਪੈਂਦੀ ਹੈ ਮਜਬੂਰੀ ਵਿੱਚ। ਚਲੋ ਇਹ ਵੀ ਗੱਲ ਗੁਰੂ ਨੂੰ ਭਾਉਂਦੀ, ਗੁਰੂ ਨੂੰ ਚੰਗੀ ਲੱਗਦੀ ਹੈ। ਦੋਹਰਾ ਦੀਪਮਾਲ ਮੇਲੋ ਕਰੇ ਦਿਨ ਰਹੇ ਕੁਚਕ ਸੁਖ ਪਾਏ। ਇਸੇ ਪ੍ਰਕਾਰ ਗੁਰੂ ਕੇ ਖਾਲਸੇ ਨੇ ਮਨ ਵਿੱਚ ਵਿਚਾਰ ਕੀਤੀ ਹੈ ਕਿ ਦੀਪਮਾਲਾ ਦਾ ਮੇਲਾ ਆ ਗਿਆ ਤੇ ਸਾਰਾ ਪੰਥ ਪ੍ਰੇਮ ਦੇ ਨਾਲ ਦੀਪਮਾਲਾ ਦਾ ਮੇਲਾ ਮਨਾਵੇਗਾ। ਇਸੇ ਪ੍ਰਕਾਰ ਗੁਰੂ ਕੇ ਸਿੰਘਾਂ ਨੇ ਇਕੱਤਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਬੰਦੀ ਛੋੜ ਦਿਹਾੜਾ ਮਨਾਇਆ ਹੈ। ਤੁਰਕਨ ਖੋਜ ਹੈ ਬਹੁ ਆਈ ਸਿੰਘ ਤੁਰੇ ਜਿੱਤੈ ਕਿਤ ਦਾਈ। ਕੁਝ ਕੁ ਦਿਨ ਉੱਥੇ ਰਹਿ ਕੇ ਸੁੱਖਾਂ ਦੇ ਨਾਲ ਸਮਾਂ ਬਤੀਤ ਕੀਤਾ ਹੈ। ਫਿਰ ਤੁਰਕਾਂ ਦੀ ਫੌਜ ਚੜ੍ਹ ਕੇ ਆ ਗਈ ਸਿੰਘਾਂ ਤੇ ਸਿੰਘਾਂ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਤੇ ਅੰਮ੍ਰਿਤਸਰ ਸਾਹਿਬ ਫੇਰ ਛੱਡ ਦਿੱਤਾ। ਜਿੱਧਰ ਜਿੱਧਰ ਕਿਸੇ ਨੂੰ ਰਸਤਾ ਮਿਲਿਆ ਉਸੇ ਪਾਸੇ ਨੂੰ ਸਿੰਘ ਚਲੇ ਗਏ ਹਨ। ਦੋਹਰਾ ਅਬ ਹੈ ਹਕੀਕਤ ਮੈਂ ਕਹੋ ਸੁਨੋ ਸੰਤ ਲਾਈ ਪ੍ਰੀਤ। ਸੋ ਭਾਈ ਰਤਨ ਸਿੰਘ ਜੀ ਫਰਮਾਨ ਕਰਦੇ ਹਨ, ਹੇ ਸੰਤ ਜਨੋ ਪ੍ਰੀਤ ਲਾ ਕੇ ਸੁਣੋ। ਹੁਣ ਤੁਹਾਨੂੰ ਹੋਰ ਮੈਂ ਹਕੀਕਤ ਸਰਵਣ ਕਰਾਉਂਦਾ ਹਾਂ। ਹਕੀਕਤ ਉਸ ਨੂੰ ਕਹਿੰਦੇ ਨੇ ਜੋ ਸੱਚ ਹੋਵੇ। ਜੋ ਸੱਚ ਹੈ
ਜੋ ਹਕੀਕਤ ਹੈ ਮੈਂ ਤੁਹਾਨੂੰ ਉਹ ਸਰਵਣ ਕਰਾਉਂਦਾ ਹਾਂ। ਮਨੀ ਸਿੰਘ ਜੀ ਰੱਖ ਸਿੱਖੀ ਮਹਾ ਸ਼ਹੀਦੀ ਲੀਤ। ਗੁਰੂ ਘਰ ਦੇ ਵਿੱਚ ਹਠੀ ਜਪੀ ਤਪੀ ਧਿਆਨੀ ਜੋਗੀ, ਬਾਣੀ ਪੜ੍ਹਨ ਵਾਲੇ ਬਾਣੀ ਪੜ੍ਹਾਉਣ ਵਾਲੇ, ਗੁਰੂ ਕੇ ਚਰਨਾਂ ਦੇ ਭੌਰੇ, ਜਿਨ੍ਹਾਂ ਨੇ ਆਪਣੇ ਜੀਵਨ ਦਾ ਇੱਕ ਇੱਕ ਪਲ ਗੁਰੂ ਪੰਥ ਦੇ ਲੇਖੇ ਲਾ ਦਿੱਤਾ। ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ, ਜਿਸ ਤਰੀਕੇ ਨਾਲ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ, ਉਹਨਾਂ ਦੀ ਹਕੀਕਤ ਮੈਂ ਤੁਹਾਨੂੰ ਸਰਵਣ ਕਰਾਉਂਦਾ ਹਾਂ। ਚੌਪਈ ਮਨੀ ਸਿੰਘ ਥੋ ਸੰਤ ਸੁਜਾਨ। ਭਾਈ ਮਨੀ ਸਿੰਘ ਜੀ ਸੁਜਾਨ ਸੰਤ ਸਨ, ਬੜੇ ਸਿਆਣੇ ਤੇ ਸੁਗੜ ਸੰਤ ਸਰੂਪ ਸਨ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿਖਿ ਉਧਰੈ, ਨਾਨਕ ਹਰਿ ਗੁਣ ਗਾਓ। ਜਿਨ੍ਹਾਂ ਸਤਿਪੁਰਖ ਨੂੰ ਜਾਣਿਆ ਹੈ, ਵਾਹਿਗੁਰੂ ਨੂੰ ਜਾਣਿਆ ਹੈ, ਗੁਰੂ ਦੇ ਚਰਨਾਂ ਵਿੱਚੋਂ ਸਿੱਖਿਆ ਪ੍ਰਾਪਤ ਕੀਤੀ ਹੈ, ਉਹਨਾਂ ਨੇ ਹੀ ਸੰਤ ਪਦਵੀ ਦੀ ਪ੍ਰਾਪਤੀ ਕੀਤੀ ਹੈ। ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਨੇ, ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਜਿਨ੍ਹਾਂ ਨੇ ਗੁਰ ਸ਼ਬਦ ਦੀ ਕਮਾਈ ਕੀਤੀ ਤੇ ਪੰਜ ਵਿਕਾਰਾਂ ਨੂੰ ਜਿੱਤ ਲਿਆ, ਉਹ ਹਨ ਸੰਤ ਜਨ। ਤੇ ਉਹਨਾਂ ਸੰਤ ਜਨਾਂ ਦੇ ਚਰਨਾਂ ਤੇ ਮੈਂ ਸੀਸ ਰੱਖ ਕੇ ਨਮਸਕਾਰ ਕਰਦਾ ਹਾਂ। ਭਾਈ ਮਨੀ ਸਿੰਘ ਜੀ ਪੂਰਨ ਸੰਤ ਹਨ, ਬੰਦਗੀ ਕਰਨ ਵਾਲੀ ਰੂਹ ਹੈ। ਜਤੀ ਸਤੀ ਹੋ ਧਿਆਨੀ ਮਾਨ। ਜਤੀ ਸਤੀ ਹਨ, ਇਸੇ ਪ੍ਰਕਾਰ ਉਹ ਧਿਆਨ ਧਾਰਨ ਕਰਨ ਵਾਲੇ, ਭਜਨ ਬੰਦਗੀ ਕਰਨ ਵਾਲੇ ਹਨ। ਵੱਡੇ ਧਿਆਨੀ ਪੁਰਸ਼ ਨੇ, ਧਿਆਨ ਧਾਰੀ। ਜਦੋਂ ਬੰਦ ਕੱਟਿਆ ਗਿਆ ਉਦੋਂ ਵੀ ਗੁਰੂ ਚਰਨਾਂ ਦੇ ਨਾਲੋਂ ਧਿਆਨ ਨਹੀਂ ਉਹਨਾਂ ਦਾ ਟੁੱਟਿਆ। ਇਹੋ ਜਿਹੇ ਉਹ ਧਿਆਨ ਧਾਰੀ ਸਿੱਖ ਸਨ। ਹਠੀ ਤਪੀ ਉਹ ਮਤ ਕੋ ਪੂਰੋ। ਬੜੇ ਹਠੀ ਤਪੀ ਸਨ ਤੇ ਮਤ ਦੇ ਪੂਰਨ ਸ੍ਰੇਸ਼ਟ ਬੁੱਧੀ ਵਾਲੇ ਸਨ। ਸਹਿਨਸ਼ੀਲ ਉਹ ਦਿਲ ਕੋ ਸੂਰੋ। ਹਿਰਦੇ ਵਿੱਚ ਬੜੀ ਸਹਿਨਸ਼ੀਲਤਾ ਸੀ। ਗੁਰੂ ਕੇ ਸ਼ਬਦ ਨੇ ਹਿਰਦੇ ਦੇ ਵਿੱਚ ਠੰਡ ਵਰਤਾਈ ਹੋਈ ਸੀ। ਸਹਿਨਸ਼ੀਲਤਾ ਹੋਣ ਦੇ ਨਾਲ ਨਾਲ ਦਿਲ ਦੇ ਸੂਰਮੇ ਵੀ ਸਨ। ਕਰਮੀ ਧਰਮੀ ਭਗਤ ਗਿਆਨੀ। ਸ੍ਰੇਸ਼ਟ ਕਰਮਾਂ ਨੂੰ ਕਰਨ ਵਾਲੇ, ਗੁਰੂ ਘਰ ਦੇ ਪ੍ਰੇਮੀ ਤੇ ਧਰਮੀ ਸਨ, ਤੇ ਭਗਤ ਵੀ ਸਨ ਤੇ ਗਿਆਨੀ ਵੀ ਸਨ। ਇੰਨੇ ਗੁਣ ਕਿਸੇ ਇੱਕ ਬੰਦੇ ਦੇ ਵਿੱਚ ਨਹੀਂ ਹੁੰਦੇ। ਹਠੀ ਤਪੀ, ਮਤ ਦਾ ਪੂਰਾ, ਸਹਿਨਸ਼ੀਲਤਾ, ਦਿਲ ਦਾ ਸੂਰਮਾ, ਕਰਮੀ ਵੀ ਹੋਵੇ, ਧਰਮੀ ਵੀ ਹੋਵੇ, ਭਗਤ ਵੀ ਹੋਵੇ ਤੇ ਗਿਆਨੀ ਵੀ ਹੋਵੇ। ਇੰਨੇ ਗੁਣ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਵਿੱਚ। ਸਤਿਗੁਰ ਬਚਨਨ ਪਰ ਮਤ ਠਾਨੀ। ਸਤਿਗੁਰਾਂ ਦੇ ਬਚਨਾਂ ਦੇ ਉੱਪਰ ਉਹਨਾਂ ਨੇ ਆਪਣੀ ਮੱਤ ਨੂੰ ਟਿਕਾਇਆ ਹੋਇਆ। ਸਾਰੀ ਉਮਰ ਗੁਰੂ ਕੇ ਸ਼ਬਦ ਦੀ ਕਮਾਈ ਕੀਤੀ ਹੈ। ਉਤ ਸਤਿਗੁਰ ਸੋ ਰਹਿਤ ਹਜੂਰ। ਸੋ ਭਾਈ ਮਨੀ ਸਿੰਘ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਰਹਿੰਦੇ ਸਨ। ਇਸ ਕਰ ਭਇਓ ਸੋ ਗੁਰਮਤਿ ਪੂਰ। ਸਤਿਗੁਰਾਂ ਦੀ ਹਜ਼ੂਰੀ ਵਿੱਚ ਰਹਿਣ ਕਰਕੇ ਗੁਰੂ ਦਾ ਉਪਦੇਸ਼ ਸੁਣਿਆ, ਬਾਣੀ ਪੜ੍ਹੀ, ਬਾਣੀ ਗਾਇਨ ਕੀਤੀ ਹੈ। ਇਹਦੇ ਨਾਲ ਉਹ ਗੁਰਮਤਿ ਦੇ ਨਾਲ ਅੰਦਰੋਂ ਪੂਰਨ ਹੋ ਗਏ ਸਨ। ਸਤਿਗੁਰ ਬਚ ਝੂਠੋ ਭਇਓ। ਭਾਈ ਮਨੀ ਸਿੰਘ ਜੀ ਨੇ ਗੁਰੂ ਕਾ ਕੁਝ ਝੂਠਾ ਖਾਧਾ ਸੀ। ਝੂਠਾ ਖਾਣ ਤੋਂ ਭਾਵ ਹੈ ਕਿ ਜਦੋਂ ਸਤਿਗੁਰੂ ਲੰਗਰ ਛਕਦੇ ਨੇ ਤੇ ਆਪਣਾ ਸੀਤ ਪ੍ਰਸ਼ਾਦ ਪ੍ਰੇਮੀ ਸਿੱਖਾਂ ਨੂੰ ਬਖਸ਼ਦੇ ਨੇ। ਗੁਰੂ ਕਾ ਝੂਠਾ ਖਾਧਾ ਸੀ। ਮਹਾਰਾਜ ਦਾ ਸੀਤ ਪ੍ਰਸ਼ਾਦ ਭਾਈ ਮਨੀ ਸਿੰਘ ਨੇ ਛਕਿਆ ਹੈ। ਤਾਤੇ ਹਟਿਆ ਅੜਿਆ ਭਇਓ। ਇਸ ਕਰਕੇ ਬੜਾ ਹਠੀਆ ਸਿੱਖ ਸੀ, ਅੜੀਆ ਸੀ, ਅੜੀਅਲ ਸੀ। ਜਿੱਥੇ ਅੜ ਗਏ ਇੱਕ ਵਾਰੀ ਬਚਨਾਂ ਦੇ ਉੱਤੇ, ਉਹ ਬਚਨ ਬੋਲ ਪੁਗਾ ਕੇ ਛੱਡਣੇ ਨੇ। ਇਹੋ ਜਿਹਾ ਹਠੀ ਤੇ ਤਪੀ ਗੁਰ ਸਿੱਖ ਸੀ। ਸਿੱਖਨ ਕੋ ਸੋ ਸਿੱਖੀ ਲੜਾਵੇ। ਜਿੱਥੇ ਆਪ ਸਿੱਖੀ ਦੀ ਕਮਾਈ ਕਰਦੇ, ਉੱਥੇ ਦੂਸਰੇ ਸਿੱਖਾਂ ਨੂੰ ਵੀ ਸਿੱਖੀ ਦ੍ਰਿੜ ਕਰਾਉਂਦੇ ਹਨ। ਸਿੱਖਿਓ ਝੂਟੈ ਤਿਸ ਤਨਖਾਹ ਲਾਵੇ। ਤੇ ਜਿਹੜਾ ਕੋਈ ਗਲਤੀ ਕਰ ਦਿੰਦਾ ਸੀ ਉਹਨੂੰ ਤਨਖਾਹ ਵੀ ਲਾਉਂਦੇ ਸਨ। ਸਿੱਖੀ ਦ੍ਰਿੜਾਉਣੀ, ਸਿੱਖੀ ਪ੍ਰਪੱਕ ਕਰਾਉਣੀ ਉਹਨਾਂ ਦਾ ਕਰਮ ਪਰਮ ਧਰਮ ਸੀ। ਪਰ ਜੇਕਰ ਕੋਈ ਗਲਤੀ ਕਰਦਾ ਸੀ, ਉਹ ਕਹਿੰਦੇ ਸਨ ਵੀ ਆਹ ਗਲਤੀ ਕੀਤੀ ਹੈ, ਤਨਖਾਹ ਲੱਗਣੀ ਆ ਸਿੰਘਾ ਤੈਨੂੰ। ਪਰਵਾਹ ਨਹੀਂ ਸੀ ਕਰਦੇ ਕਿਸੇ ਦੀ। ਬੜੇ ਦ੍ਰਿੜ ਸਨ, ਨਿਰਧੜਕ ਸਨ, ਨਿਰਭੈ ਸਨ। ਜਿਹੜਾ ਸਿੱਖ ਗਲਤੀ ਕਰਦਾ ਉਹਨੂੰ ਤਨਖਾਹ ਲਾਉਂਦੇ ਹਨ। ਬੀਜ ਬੀਜੇ ਵਹਿ ਗੁਰਮਤਿ ਲਾਵੇ। ਇਸੇ ਪ੍ਰਕਾਰ ਬੀਜ ਬੀਜਦੇ ਨਾਮ ਦਾ, ਗੁਰਮਤਿ ਦਾ, ਸਿੱਖੀ ਦਾ, ਬੰਦਗੀ ਦਾ, ਬਾਣੀ ਦਾ।
ਆਪ ਜਿੱਥੇ ਉਹ ਬਾਣੀ ਕਮਾਉਂਦੇ ਨੇ ਤੇ ਸਿੱਖਾਂ ਦੇ ਹਿਰਦੇ ਵਿੱਚ ਵੀ ਗੁਰਮਤਿ ਨੂੰ ਪੂਰਨ ਕਰਦੇ ਹਨ। ਚਾਰ ਵਰਨ ਕੋ ਸਿੱਖੀ ਦ੍ਰਿੜਾਵੈ। ਚਾਰ ਵਰਨਾਂ ਨੂੰ ਸਿੱਖੀ ਦ੍ਰਿੜ ਕਰਾਉਂਦੇ ਨੇ। ਖੱਤਰੀ, ਬ੍ਰਾਹਮਣ, ਸੂਦ, ਵੈਸ, ਚੌ ਵਰਨਾਂ ਵਿੱਚੋਂ ਕੋਈ ਵੀ ਆ ਜਾਏ ਉਹਨਾਂ ਨੂੰ ਸਿੱਖੀ ਦਾ ਸਮ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਰ ਸਾਖੀ ਕੋ ਸਿੱਖਣ ਸੁਣਾਵੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਜਿਹੜੀ ਹੈ, ਗੁਰੂ ਕਾ ਇਤਿਹਾਸ ਵੀ ਸਿੱਖਾਂ ਨੂੰ ਸਰਵਣ ਕਰਾਉਂਦੇ ਹਨ। ਕਛੂ ਗੁਰ ਕਹੀ ਕਛੂ ਮਨ ਤੇ ਲਾਵੈ। ਕੁਝ ਗੁਰੂ ਕੇ ਜਿਹੜੇ ਬਚਨ ਸਨ ਬਾਣੀ ਦੇ ਅਨੁਸਾਰ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ ਤੇ ਕੁਝ ਬਚਨ ਆਪਣੇ ਅਨੁਭਵ ਵਿੱਚੋਂ ਸੁਣਾਉਂਦੇ ਨੇ। ਜੋ ਹਿਰਦੇ ਵਿੱਚੋਂ ਬਾਣੀ ਪੜ੍ਹ ਕੇ ਜਾਣਿਆ ਉਹ ਸਿੱਖਾਂ ਨੂੰ ਸਰਵਣ ਕਰਾਉਂਦੇ ਹਨ। ਦੋਹਰਾ ਮਾਤਾ ਭੇਜਿਓ ਤਿਸੈ ਕੋ ਦਿੱਲੀ ਕੇ ਸਮਝਾਏ। ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਦਿੱਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਭੇਜ ਦਿੱਤਾ। ਉਹਨਾਂ ਨੇ ਬੜਾ ਲੰਮਾ ਸਮਾਂ ਗੁਰੂ ਘਰ ਦੀ ਸੇਵਾ ਕੀਤੀ ਹੈ। 90 ਸਾਲ ਦੇ ਵਿੱਚੋਂ 90 ਸਾਲ ਦੀ ਕਰੀਬਨ ਉਮਰ ਸੀ ਭਾਈ ਮਨੀ ਸਿੰਘ ਦੀ। 77 ਸਾਲ ਗੁਰੂ ਘਰ ਦੀ ਸੇਵਾ ਕੀਤੀ ਉਹਨਾਂ ਨੇ। 90 ਸਾਲਾਂ ਵਿੱਚੋਂ 77 ਸਾਲ, ਕਿਉਂਕਿ 13 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਬਾਰ ਵਿੱਚ ਆਏ ਸਨ। ਭਾਈ ਮੂਲਾ ਜੀ ਉਹਨਾਂ ਦੇ ਪੁੱਤਰ ਭਾਈ ਬੱਲੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਰਹਿਣ ਵਾਲੇ ਸਿੱਖ, ਉਹ ਵੀ ਸ਼ਹੀਦ ਹੋਏ ਸਨ। ਭਾਈ ਬੱਲੂ ਦਾ ਪੁੱਤਰ ਸੀ ਭਾਈ ਮਾਈ ਦਾਸ। ਭਾਈ ਮਾਈ ਦਾਸ ਦਾ ਪੁੱਤਰ ਸੀ ਭਾਈ ਮਨੀ ਸਿੰਘ। ਭਾਈ ਮਨੀ ਸਿੰਘ ਜੀ ਜਿਹੜੇ ਸਨ ਭਾਈ ਮਾਈ ਦਾਸ ਜੀ ਦੇ ਨਾਲ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਸ੍ਰੀ ਕੀਰਤਪੁਰ ਸਾਹਿਬ ਆਏ। ਸਤਿਗੁਰਾਂ ਦਾ ਉਪਦੇਸ਼ ਸੁਣਿਆ, ਮਨ ਵਿੱਚ ਇਤਨਾ ਪ੍ਰੇਮ ਵਿਰਾਗ ਪੈਦਾ ਹੋਇਆ ਤੇ ਹਜ਼ੂਰ ਨੇ ਬਚਨ ਕੀਤਾ, ਇਹ ਮਨੀਆਂ ਗੁਣੀਆਂ ਹੋਵੇਗਾ, ਗੁਣਾਂ ਦੀ ਖਾਨ, ਗੁਣਾਂ ਦਾ ਭੰਡਾਰਾ ਹੋਵੇਗਾ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਉੱਥੇ ਕਰੀਬਨ 2 ਸਾਲ ਰਹੇ। 15 ਕੁ ਸਾਲ ਦੀ ਉਮਰ ਹੋ ਗਈ ਉਹਨਾਂ ਦੀ ਤੇ ਉਹਨਾਂ ਦੇ ਪਿਤਾ ਜੀ ਵਾਪਸ ਆਏ ਕੀਰਤਪੁਰ ਸਾਹਿਬ। ਭਾਈ ਮਨੀ ਸਿੰਘ ਜੀ ਵਾਪਸ ਨਹੀਂ ਸਨ ਗਏ, ਕੀਰਤਪੁਰ ਸਾਹਿਬ ਹੀ ਰੁਕ ਗਏ ਸਨ। 2 ਸਾਲ ਦੀ ਸੇਵਾ ਤੋਂ ਬਾਅਦ ਪਿਤਾ ਜੀ ਆ ਕੇ ਮਹਾਰਾਜ ਨੂੰ ਬੇਨਤੀ ਕਰਦੇ ਨੇ, ਸਤਿਗੁਰੂ ਇਹਨਾਂ ਨੂੰ ਭੇਜ ਦਿਓ, ਮੇਰੇ ਨਾਲ ਵਿਆਹ ਕਰਨਾ। ਤੇ ਉਹਨਾਂ ਨੂੰ ਸਤਿਗੁਰਾਂ ਦਾ ਹੁਕਮ ਪਾ ਕੇ ਲੈ ਗਏ। ਭਾਈ ਮਨੀ ਸਿੰਘ ਜੀ ਦਾ ਵਿਆਹ ਹੋਇਆ। ਇਹਨਾਂ ਦਾ ਪਿੰਡ ਸੀ ਮੁਲਤਾਨ ਦੇ ਲਾਗੇ ਅਲੀਪੁਰ ਤੇ ਰਾਜਪੂਤ ਪਰਮਾਰ ਸਿੱਖ ਸਨ। ਰਾਜਪੂਤ ਬਰਾਦਰੀ ਨਾਲ ਇਹ ਸੰਬੰਧ ਰੱਖਦੇ। ਕਈਆਂ ਨੇ ਲਿਖ ਦਿੱਤਾ ਵੀ ਇਹ ਦੁੱਲਟ ਜੱਟ ਸਨ, ਇਹ ਗਲਤ ਹੈ। ਰਾਜਪੂਤ ਬਰਾਦਰੀ ਵਿੱਚੋਂ ਸਨ ਭਾਈ ਮਨੀ ਸਿੰਘ ਜੀ, ਪਰਮਾਰ ਵੱਜਦੇ ਸਨ। ਉਹਨਾਂ ਦਾ ਕੁਰਸੀਨਾਮਾ ਜਦੋਂ ਪੜ੍ਹੀਏ ਤੇ ਪਤਾ ਲੱਗਦਾ ਆ। ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਅਲੀਪੁਰ ਦੇ ਰਹਿਣ ਵਾਲੇ। ਖੈਰਾਦਾਬਾਦ ਭਾਈ ਲੱਖੀ ਸ਼ਾਹ ਰਹਿੰਦਾ ਸੀ, ਉਹਨਾਂ ਦੀ ਬੇਟੀ ਨਾਲ ਰਿਸ਼ਤਾ ਤੈਅ ਹੋਇਆ। ਇਹ ਕਿਹੜਾ ਲੱਖੀ ਸ਼ਾਹ ਸੀ? ਇਹਨਾਂ ਨੂੰ ਲੱਖੀ ਰਾਏ ਵੀ ਕਹਿੰਦੇ। ਉਹ ਭਾਈ ਲੱਖੀ ਸ਼ਾਹ ਜਿਨ੍ਹਾਂ ਨੂੰ ਆਪਾਂ ਲੱਖੀ ਸ਼ਾਹ ਵਣਜਾਰਾ ਕਹਿੰਦੇ ਆ, ਜਿਨ੍ਹਾਂ ਨੇ ਦਿੱਲੀ ਗੁਰਦੁਆਰਾ ਰਕਾਬਗੰਜ ਸਾਹਿਬ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਦਾ ਸੰਸਕਾਰ ਕੀਤਾ, ਇਹ ਭਾਈ ਮਨੀ ਸਿੰਘ ਜੀ ਦੇ ਸਹੁਰਾ ਸਾਹਿਬ ਸਨ ਭਾਈ ਲੱਖੀ ਸ਼ਾਹ ਜੀ। ਉਹਨਾਂ ਦੀ ਬੇਟੀ ਸੀ ਜਿਨ੍ਹਾਂ ਨਾਲ ਭਾਈ ਮਨੀ ਸਿੰਘ ਦੀ ਸ਼ਾਦੀ ਹੋਈ। ਉਹਨਾਂ ਦੇ ਘਰ ਵਿੱਚ 5 ਪੁੱਤਰਾਂ ਨੇ ਜਨਮ ਲਿਆ ਤੇ ਕੁਝ ਸਮੇਂ ਬਾਅਦ ਉਹ ਵਾਪਸ ਸ੍ਰੀ ਕੀਰਤਪੁਰ ਸਾਹਿਬ ਆ ਗਏ। ਗੁਰੂ ਹਰਿਰਾਏ ਸਾਹਿਬ ਜੀ ਜੋਤੀ ਜੋਤ ਸਮਾਏ। ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਲ ਰਹੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਏ ਫਿਰ ਬਾਬੇ ਬਕਾਲੇ ਦੀ ਧਰਤੀ ਤੇ ਆਏ। ਕੁਝ ਸਮਾਂ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਰਹੇ। ਫਿਰ ਉਹ ਆਪਣੇ ਨਗਰ ਵਾਪਸ ਚਲੇ ਗਏ ਆਗਿਆ ਲੈ ਕੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੈਸੇ ਤੀਰਥਾਂ ਤੇ ਰਟਨ ਕਰਨ ਵਾਸਤੇ ਗਏ, ਤੀਰਥਾਂ ਨੂੰ ਭਾਗ ਲਾਉਣ ਵਾਸਤੇ ਪਟਨਾ ਸਾਹਿਬ ਤੋਂ ਹੁੰਦੇ ਹੋਏ ਅਸਾਮ ਦੀ ਧਰਤੀ ਤੇ ਚਰਨ ਪਾਏ ਤੇ ਜਦੋਂ ਵਾਪਸ ਸ੍ਰੀ ਅਨੰਦਪੁਰ ਸਾਹਿਬ ਆਏ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਗਰ ਵਸਾਇਆ। ਉਸ ਵਕਤ ਭਾਈ ਮਨੀ ਸਿੰਘ ਜੀ ਇੱਥੇ ਪਹੁੰਚੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ। ਜਿਹੜਾ ਵਰਤਾਰਾ ਵਰਤਿਆ ਸੀ, ਜਦੋਂ 9ਵੇਂ ਪਾਤਸ਼ਾਹ ਜੀ ਦੇ ਪਾਸ ਕਿਰਪਾ ਰਾਮ ਪੰਡਤ ਆਇਆ
ਵੀ ਹਿੰਦੂ ਮਤ ਦੀ ਲਾਜ ਰੱਖੋ, ਸਾਡਾ ਬੇੜਾ ਡੁੱਬਦਾ ਹੈ। ਉਦੋਂ ਮਹਾਰਾਜ ਦੇ ਦਰਬਾਰ ਵਿੱਚ ਮੌਜੂਦ ਸਨ ਭਾਈ ਮਨੀ ਸਿੰਘ ਜੀ। ਪਹਿਲਾ ਨਾਮ ਉਹਨਾਂ ਦਾ ਮਨੀ ਰਾਮ ਸੀਗਾ। ਅੰਮ੍ਰਿਤ ਛਕਣ ਤੋਂ ਬਾਅਦ ਮਨੀ ਸਿੰਘ ਬਣੇ। 10ਵੇਂ ਪਾਤਸ਼ਾਹ ਜੀ ਦੇ ਹਜ਼ੂਰ ਉਹਨਾਂ ਨੇ ਸੇਵਾ ਕੀਤੀ। ਪਾਉਂਟਾ ਸਾਹਿਬ ਦਾ ਜਦੋਂ ਜੰਗ ਹੋਇਆ ਭੰਗਾਣੀ ਦਾ, ਉਸ ਜੰਗ ਵਿੱਚ ਵੀ ਉਹ ਮੌਜੂਦ ਸਨ। ਮਹਾਰਾਜ ਦੇ ਨਾਲ ਉਹ ਪਾਉਂਟਾ ਸਾਹਿਬ ਵੀ ਗਏ ਅਤੇ ਉੱਥੇ ਗੁਰਬਖਸ਼ ਮਸੰਦ ਰਹਿੰਦਾ ਸੀ, ਜਿਸ ਮਸੰਦ ਨੇ ਦੇਹਰਾਦੂਨ ਦੇ ਵਿੱਚ ਮਾਤਾ ਪੰਜਾਬ ਕੌਰ ਦਾ ਬਚਨ ਨਾ ਮੰਨਦਿਆਂ ਬਾਬੇ ਰਾਮ ਰਾਏ ਨੂੰ ਜਿਉਂਦਾ ਸਾੜਿਆ। ਮਾਤਾ ਪੰਜਾਬ ਕੌਰ ਉਹਨਾਂ ਦੀ ਘਰਵਾਲੀ ਸੀ। ਉਹਨਾਂ ਨੇ ਚਿੱਠੀ ਪਾਈ। ਗੁਰਬਖਸ਼ ਮਸੰਦ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਿੰਦਿਆ ਕੀਤੀ। ਭਾਈ ਮਨੀ ਸਿੰਘ ਜੀ ਉੱਥੇ ਗਏ ਅਤੇ ਪਲੰਘ 'ਤੇ ਬੈਠਾ ਸੀ। ਪਲੰਘ ਉਲਟਾ ਕੇ ਹੇਠਾਂ ਮਾਰਿਆ ਚੁੱਕ ਕੇ ਗੁਰਬਖਸ਼ ਮਸੰਦ ਨੂੰ ਭਾਈ ਮਨੀ ਸਿੰਘ ਨੇ। ਜੰਗ ਵੀ ਹੋਇਆ, ਉੱਥੇ ਮੇਲਾ ਲੱਗਿਆ ਹੋਇਆ ਸੀ ਅਤੇ ਮਾਤਾ ਪੰਜਾਬ ਕੌਰ ਨੇ ਬੇਨਤੀ ਕੀਤੀ ਖਾਲਸੇ ਨੂੰ। ਗੁਰਬਖਸ਼ ਮਸੰਦ ਤਾਂ ਭੱਜ ਗਿਆ ਇੱਥੋਂ ਵੀ ਤੁਸੀਂ ਸ਼ਾਂਤੀ ਬਖਸ਼ ਦਿਓ। ਫਿਰ ਭਾਈ ਮਨੀ ਸਿੰਘ ਜੀ ਵਾਪਸ ਆਏ। ਉਹ ਕਹਿੰਦੇ ਅਸੀਂ ਆਪਣੇ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦੇ। ਬੜਾ ਲੰਬਾ ਸਮਾਂ ਮਹਾਰਾਜ ਦੇ ਉਹ ਨਾਲ ਰਹੇ। ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਉਦੋਂ ਵੀ ਉਹ ਨਾਲ ਮੌਜੂਦ ਸਨ। ਸਰਸਾ ਦੇ ਕੰਢੇ ਤੋਂ ਪਰਿਵਾਰ ਦਾ ਵਿਛੋੜਾ ਪਿਆ ਅਤੇ ਭਾਈ ਮਨੀ ਸਿੰਘ ਜੀ ਸਤਿਗੁਰਾਂ ਦੇ ਮਹਿਲਾਂ ਨੂੰ ਲੈ ਕੇ ਦਿੱਲੀ ਆ ਗਏ। ਜਦੋਂ ਕਲਗੀਧਰ ਜੀ ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਗਏ, ਉਦੋਂ ਮਾਤਾ ਜੀ ਦੇ ਨਾਲ ਭਾਈ ਮਨੀ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚੇ ਨੇ ਸਤਿਗੁਰਾਂ ਦੇ ਨਾਲ। ਉੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਸਰੂਪ ਮਹਾਰਾਜ ਨੇ ਲਿਖਿਆ ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲਿਖਾਈ ਦੀ ਸੇਵਾ ਜਿਹੜੀ ਭਾਈ ਮਨੀ ਸਿੰਘ ਕੋਲੋਂ ਸਤਿਗੁਰਾਂ ਨੇ ਲਈ ਹੈ। ਸੋ ਉੱਥੇ ਕਥਾ ਵੀ ਕਰਦੇ ਸਨ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀ ਦੀਆਂ ਪੋਥੀਆਂ ਵੀ ਲਿਖਦੇ ਸਨ। ਇਹ ਸੇਵਾ ਨਿਭਾਉਂਦੇ ਰਹੇ। ਅਤੇ ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਪੰਜ ਭੂਤ ਜਿਹੜਾ ਸਰੀਰ ਚੋਲਾ ਸੀ ਤਿਆਗਿਆ, ਸਣੇ ਦੇਈ ਸੱਚਖੰਡ ਨੂੰ ਮਹਾਰਾਜ ਗਏ ਅਤੇ ਭਾਈ ਮਨੀ ਸਿੰਘ ਜੀ ਦਿੱਲੀ ਆ ਗਏ। ਮਾਤਾ ਸੁੰਦਰੀ ਜੀ ਦੇ ਪਾਸ ਉੱਥੇ ਰੁਕੇ ਕੁਝ ਸਮਾਂ ਅਤੇ ਮਾਤਾ ਜੀ ਨੇ ਉਹਨਾਂ ਨੂੰ ਦਿੱਲੀ ਭੇਜ ਦਿੱਤਾ। ਇਹ ਉਹਨਾਂ ਦਾ ਸੰਖੇਪ ਜਿਹਾ ਮੈਂ ਇਤਿਹਾਸ ਤੁਹਾਨੂੰ ਸਰਵਣ ਕਰਾ ਦਿੱਤਾ ਹੈ। ਬੜੀ ਅਜ਼ੀਮ ਸ਼ਖਸੀਅਤ ਸਨ ਭਾਈ ਮਨੀ ਸਿੰਘ ਜੀ। ਸਾਡੇ ਅੱਜ ਦੇ ਅਜੋਕੇ ਸਮੇਂ ਵਿੱਚ ਇਹਨਾਂ ਗੁਰਸਿੱਖਾਂ ਬਾਰੇ ਅਸੀਂ ਬਹੁਤਾ ਗਿਆਨ ਨਹੀਂ ਰੱਖਦੇ, ਉਹਨਾਂ ਦੀ ਕੁਰਬਾਨੀ ਬਾਰੇ ਅਸੀਂ ਬਹੁਤਾ ਗਿਆਨ ਨਹੀਂ ਰੱਖਦੇ। ਇਹ ਸੁਣਿਆ ਹੋਵੇਗਾ ਭਾਈ ਮਨੀ ਸਿੰਘ ਜੀ ਨੇ ਬੰਦ ਕਟਾਇਆ, ਪਰ 90 ਸਾਲ ਦੀ ਉਮਰ ਵਿੱਚੋਂ 77 ਸਾਲ ਗੁਰੂ ਘਰ ਦੀ ਲਗਾਤਾਰ ਉਹਨਾਂ ਨੇ ਸੇਵਾ ਕੀਤੀ। ਇੱਕ ਕੁਰਬਾਨੀ ਨਹੀਂ ਕੀਤੀ, ਜੰਗਾਂ ਵਿੱਚ ਵੀ ਹਾਜ਼ਰ ਰਹੇ। ਨਦੌਣ ਦਾ ਜੰਗ ਹੋਇਆ, ਭੰਗਾਣੀ ਦਾ ਜੰਗ ਹੋਇਆ, ਜਿੰਨੇ ਵੀ ਜੰਗ 10ਵੇਂ ਪਾਤਸ਼ਾਹ ਨੇ ਕੀਤੇ ਉਹ ਸਾਰੇ ਜੰਗਾਂ ਵਿੱਚ ਸਨ ਭਾਈ ਮਨੀ ਸਿੰਘ ਜੀ। ਤੁਸੀਂ ਸ਼ਾਇਦ ਇਹ ਗੱਲ ਬਹੁਤ ਘੱਟ ਸੁਣੀ ਹੋਵੇਗੀ। ਮਹਾਰਾਜ ਦੇ ਉਹ ਨਾਲ ਰਹੇ। ਜਿੱਥੇ ਜਿੱਥੇ ਕਲਗੀਧਰ ਜੀ ਗਏ, ਉਹਨਾਂ ਨੇ ਅੱਗੇ ਵੱਧ ਕੇ ਮੈਦਾਨੇ ਜੰਗ ਵਿੱਚ ਜੌਹਰ ਵੀ ਉਹਨਾਂ ਨੇ ਵਿਖਾਏ। ਤਾਂ ਹੀ ਭਾਈ ਸਾਹਿਬ ਜੀ ਨੇ ਲਿਖਿਆ, ਮਨੀ ਸਿੰਘ ਤੋਂ ਸੰਤ ਸੁਜਾਨ, ਜਤੀ ਸਤਿਓ ਧਿਆਨੀ ਮਾਨ, ਠਠੀ ਤਪਿਓ ਮਤ ਕੋ ਪੂਰੋ, ਸਹਿਨਸ਼ੀਲ ਔਰ ਦਿਲ ਕੋ ਸੂਰੋ, ਕਰਮੀ ਧਰਮੀ ਭਗਤ ਗਿਆਨੀ, ਸਤਿਗੁਰ ਬਚਨ ਪਰਮਤ ਠਾਨੀ, ਖੁਦ ਸਤਿਗੁਰ ਤੇ ਰਹਿਤ ਹਜ਼ੂਰ, ਤਿਸ ਕਰ ਭਇਓ ਸੋ ਗੁਰਮਤਿ ਪੂਰ। ਮਹਾਰਾਜ ਦੀ ਹਜ਼ੂਰੀ ਵਿੱਚ ਰਹਿੰਦੇ ਸਨ, ਗੁਰਮਤਿ ਕਰਕੇ ਅੰਦਰੋਂ ਪਰਿਪੂਰਨ ਸਨ। ਸਤਿਗੁਰਾਂ ਦਾ ਸੀਤ ਪ੍ਰਸ਼ਾਦ ਛਕਿਆ, ਜੂਠਾ ਖਾਧਾ ਹੋਇਆ ਸੀ। ਬੜਾ ਹਠੀਆ ਤੇ ਅੜੀਆ ਗੁਰਸਿੱਖ ਸੀਗਾ। ਆਪ ਜਿੱਥੇ ਸਿੱਖੀ ਕਮਾਉਂਦੇ ਨੇ ਉੱਥੇ ਸਿੱਖੀ ਦ੍ਰਿੜ ਵੀ ਕਰਾਉਂਦੇ ਨੇ। ਭਾਈ ਮਨੀ ਸਿੰਘ ਜੀ ਨੇ ਜਨਮ ਸਾਖੀ ਵੀ ਲਿਖੀ ਮਹਾਰਾਜ ਦੀ। ਭਾਈ ਮਨੀ ਸਿੰਘ ਜੀ ਨੇ ਜਪਜੀ ਸਾਹਿਬ ਜੀ ਦਾ ਟੀਕਾ ਵੀ ਲਿਖਿਆ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਲਿਖੇ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਲਿਖੇ, ਭਗਤ ਬਾਣੀ ਦੀਆਂ ਪੋਥੀਆਂ ਲਿਖੀਆਂ। ਇਹ ਕਥਾ ਹੁਣ ਅੱਗੇ ਆਵੇਗੀ, ਆਪਾਂ ਸਰਵਣ ਕਰਾਂਗੇ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਨੇ ਗੁਰੂ ਪੰਥ ਦੀ ਬੜੀ ਸੇਵਾ ਕੀਤੀ। ਮਾਤਾ ਭੇਜਿਓ ਤਿਸੈ ਕੋ ਦਿੱਲੀ ਤੇ ਸਮਝਾਏ। ਮਾਤਾ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸਮਝਾ ਕੇ ਦਿੱਲੀ ਤੋਂ ਭੇਜ ਦਿੱਤਾ ਕਿ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਚਲੇ ਜਾਵੋ। ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜੀ ਚੜ੍ਹਤ ਚੜ੍ਹਦੀ ਹੈ, ਚੜ੍ਹਾਵਾ ਆਉਂਦਾ ਹੈ, ਇਹ ਤੁਸੀਂ ਹੁਣ ਸਿੱਖਾਂ ਨੂੰ ਖਵਾਉਣਾ ਅੱਜ ਤੋਂ ਬਾਅਦ। ਭਾਵ ਕਿ ਸਾਰਾ ਚੜ੍ਹਾਵਾ ਖਾਲਸੇ ਪੰਥ ਨੂੰ ਦੇਣਾ ਹੈ। ਮਾਤਾ ਜੀ ਦਾ ਹੁਕਮ ਮੰਨ ਕੇ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਸਾਹਿਬ ਆ ਗਏ।
ਉਹਨਾਂ ਨੇ ਇੱਥੇ ਆ ਕੇ ਸਾਰਾ ਬੰਦੋਬਸਤ ਕੀਤਾ ਹੈ। ਮਾਤਾ ਚੜਾਵਾ ਖਾਲਸੇ ਬਖਸ਼ੀਆ, ਜਿੰਨਾ ਵੀ ਚੜਾਵਾ ਸੀਗਾ ਮਾਤਾ ਜੀ ਨੇ ਖਾਲਸੇ ਪੰਥ ਨੂੰ ਬਖਸ਼ ਦਿੱਤਾ। ਆਗੇ ਚੜਾਵੋ ਪਟਨੇ ਜਾਵੇ, ਪਹਿਲਾਂ ਇਹ ਚੜਾਵਾ ਜਿਹੜਾ ਸੀ ਪਟਨਾ ਸਾਹਿਬ ਜਾਂਦਾ ਸੀ, ਤੋਸ਼ਾਖਾਨਾ ਸੀ ਗੁਰੂ ਦਾ, ਇਹ ਸਭ ਕੁਝ ਉੱਥੇ ਹੀ ਜਾਂਦਾ ਸੀਗਾ। ਮਾਤਾ ਕਹਿਣੇ ਤੇ ਇਹਾਂ ਆਵੇ, ਮਾਤਾ ਜੀ ਨੇ ਜਦੋਂ ਹੁਕਮ ਕੀਤਾ ਤੇ ਮਾਤਾ ਜੀ ਦੇ ਕਹਿਣ ਤੇ ਇਹ ਜਿਤਨਾ ਵੀ ਹੁਣ ਚੜਾਵਾ ਹੈ ਸਾਰਾ ਖਾਲਸੇ ਪੰਥ ਦੇ ਕੋਲ ਆਉਂਦਾ ਹੈ। ਸਤਿਗੁਰ ਖੁਸ਼ੀ ਥੀ ਖਾਲਸੇ ਭਈ, ਸਤਿਗੁਰਾਂ ਦੀ ਖਾਲਸੇ ਉੱਪਰ ਬੜੀ ਖੁਸ਼ੀ ਕਿਰਪਾ ਹੋ ਗਈ ਹੈ। ਓ ਮਾਤਾ ਸੁਨ ਸਿੰਘਨ ਲਈ, ਇਸੇ ਪ੍ਰਕਾਰ ਮਾਤਾ ਜੀ ਨੇ ਖਾਲਸੇ ਦੀ ਜਿਹੜੀ ਵਡਿਆਈ ਸੀ ਉਹ ਸੁਣ ਕੇ ਤੇ ਸਭ ਕੁਝ ਖਾਲਸੇ ਨੂੰ ਸੌਂਪ ਦਿੱਤਾ ਹੈ। ਸਤਿਗੁਰ ਕਹਿਓ ਤੋ ਹਮ ਸਿੰਘ ਪਿਆਰੇ, ਕਿਉਂਕਿ ਸਤਿਗੁਰਾਂ ਨੇ ਬਚਨ ਆਖਿਆ ਸੀ ਮੈਨੂੰ ਗੁਰੂ ਕੇ ਸਿੰਘ ਪਿਆਰੇ ਹਨ। ਪੁੱਤਰ ਪੋਤਰੇ ਏਈ ਹਮਾਰੇ, ਮੇਰੇ ਪੁੱਤਰ ਵੀ ਮੇਰਾ ਖਾਲਸਾ ਹੈ, ਮੇਰੇ ਪੋਤਰੇ ਵੀ ਮੇਰਾ ਖਾਲਸਾ ਹੀ ਹੈ। ਸ੍ਰੀ ਮੁਖਵਾਕ ਦਾਨ ਦਿਓ ਇਨਹੀ ਕੋ ਭਲੋ, ਅਰ ਆਨ ਕੋ ਦਾਨ ਨ ਲਾਗਤ ਨੀਕੋ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ 716 ਅੰਗ ਉੱਪਰ ਇਹ ਬਚਨ ਸੁਸ਼ੋਭਤ ਹੈ, ਜਿਹਦੇ ਵਿੱਚ ਖਾਲਸੇ ਦੀ ਮਹਿਮਾ ਮਹਾਰਾਜ ਨੇ ਕੀਤੀ ਹੈ। ਇਨਹੀ ਕੀ ਕਿਰਪਾ ਕੇ ਸਜੇ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਉਥੇ ਬਚਨ ਆਉਂਦਾ ਹੈ ਕਿ ਦਾਨ ਦਿਓ ਇਨਹੀ ਕੋ ਭਲੋ, ਦਾਨ ਦਿੱਤਾ ਖਾਲਸੇ ਨੂੰ ਹੀ ਭਲਾ ਹੈ। ਫਿਰ ਕਹਿੰਦੇ ਨੇ ਵੀ ਤੁਸੀਂ ਆਖ ਦਿੰਦੇ ਹੋ, ਹੁਣ ਇਹ ਸਾਡੇ ਵਾਲੇ ਦਾਨ ਕਿਹਨੂੰ ਦੇ ਰਹੇ ਨੇ ਤੁਹਾਨੂੰ ਪਤਾ ਹੀ ਹੈ। ਦਾਨ ਦਿਓ ਇਨਹੀ ਕੋ ਭਲੋ, ਸਾਡੇ ਜਾ ਕੇ ਕਦੀ ਕਿਸੇ ਨੂੰ ਕਦੀ ਕਿਸੇ ਨੂੰ, ਸਿੱਖਾਂ ਦੇ ਪਰਿਵਾਰ ਈਸਾਈ ਬਣਦੇ ਪਏ ਨੇ, ਇਹ ਜਾ ਕੇ ਉੱਥੇ ਕੈਂਪ ਲਾ ਕੇ ਤੇ ਕਦੀ ਕਿਸੇ ਨੂੰ ਛਕਾ ਰਹੇ ਨੇ ਕਦੀ ਕਿਸੇ ਨੂੰ। ਸਮਾਜ ਦੀ ਸੇਵਾ ਕਰਨੀ ਖਾਲਸੇ ਦਾ ਪਰਮ ਧਰਮ ਹੈ। ਭਾਈ ਕਨ੍ਹਈਆ ਸਾਹਿਬ ਜੀ ਉਹਨਾਂ ਦੀ ਐਗਜ਼ਾਮਪਲ ਦਿੰਦੇ, ਉਹਨਾਂ ਨੇ ਤੁਰਕਾਂ ਨੂੰ ਜਲ ਛਕਾਇਆ। ਉਹ ਭਲਿਓ ਮਾਨਸੋ, ਜੇ ਉਹਨਾਂ ਨੇ ਤੁਰਕਾਂ ਨੂੰ ਜਲ ਛਕਾਇਆ, ਇਹ ਥੋੜ੍ਹਾ ਵੀ ਉਹਨਾਂ ਨੇ ਸਿੰਘਾਂ ਨੂੰ ਕੋਈ ਨਹੀਂ ਛਕਾਇਆ। ਉਹ ਪਹਿਲਾਂ ਤਾਂ ਨਿਕਲੇ ਤਾਂ ਸਿੰਘਾਂ ਨੂੰ ਜਲ ਛਕਾਣੀ ਸੀ। ਜੰਗ ਦੇ ਵਿੱਚ ਭਾਈ ਕਨ੍ਹਈਆ ਸਾਹਿਬ ਸਿੰਘਾਂ ਨੂੰ ਜਲ ਛਕਾਉਣ ਨਿਕਲੇ ਸੀ, ਪਰ ਸਿੰਘਾਂ ਦੇ ਨਾਲ ਉੱਥੇ ਤੁਰਕ ਵੀ ਸਨ। ਜਿੱਥੇ ਸਿੰਘਾਂ ਨੂੰ ਜਲ ਛਕਾਉਂਦੇ ਤੁਰਕਾਂ ਨੂੰ ਵੀ ਛਕਾਉਂਦੇ ਨੇ। ਇਹ ਨਹੀਂ ਹੈ ਵੀ ਉਹ ਇਕੱਲੇ ਤੁਰਕਾਂ ਨੂੰ ਜਲ ਛਕਾਉਣ ਲੱਗ ਗਏ। ਅਸੀਂ ਤਾਂ ਇਹੀ ਕਹਿੰਦੇ ਜੀ ਉਹਨਾਂ ਤੁਰਕਾਂ ਨੂੰ ਜਲ ਛਕਾਇਆ ਤੇ ਸਿੰਘਾਂ ਨੂੰ, ਉਹਨਾਂ ਨੇ ਸਿੰਘਾਂ ਨੂੰ ਵੀ ਜਲ ਛਕਾਇਆ ਸੀ। ਇੱਕ ਗੱਲ ਫੜ ਕੇ ਅਸੀਂ ਉਹਨੂੰ ਪ੍ਰਮੋਟ ਕਰ ਦਿੱਤਾ ਹੈ, ਪਰ ਅਸਲੀਅਤ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਵਿਰੋਧਤਾ ਨਹੀਂ ਮੈਂ ਕਿਸੇ ਦੀ ਕਰਦਾ, ਕੋਈ ਕੁਛ ਵੀ ਕਰੇ, ਪਰ ਜਿਹੜੀ ਮਰਿਆਦਾ ਤਾਂ ਮਰਿਆਦਾ ਰਹਿਣੀ, ਜਿੱਥੇ ਮਰਜੀ ਭੱਜ ਲਓ। ਕਲਗੀਧਰ ਜੀ ਦਾ ਬਚਨ, ਦਾਨ ਦਿਓ ਇਨਹੀ ਕੋ ਭਲੋ, ਅਰ ਆਨ ਕੋ ਦਾਨ ਨਾ ਲਾਗਤ ਨੀਕੋ। ਦਾਨ ਦਿੱਤਾ ਖਾਲਸੇ ਨੂੰ ਚੰਗਾ ਹੈ, ਤੇ ਜਿਹੜਾ ਹੋਰ ਦੂਸਰੇ ਨੂੰ ਦਿੱਤਾ ਹੋਇਆ ਦਾਨ ਕਿਸੇ ਲੇਖੇ ਨਹੀਂ ਪੈਂਦਾ, ਉਹ ਫਬਦਾ ਨਹੀਂ, ਤੇ ਨਾ ਹੀ ਮੈਨੂੰ ਪ੍ਰਵਾਨ ਹੁੰਦਾ ਜਿਹਨੂੰ ਮਰਜ਼ੀ ਖਵਾਈ ਜਾਇਓ। ਪਹਿਲਾਂ ਖਾਲਸੇ ਦੀ ਸੇਵਾ ਕਰੋ, ਫਿਰ ਦੂਸਰਿਆਂ ਦੀ ਗੱਲ ਕਰੋ। ਪੰਜਾਬ ਦੇ ਵਿੱਚ ਸਿੱਖਾਂ ਦੇ ਕੋਲ ਰਹਿਣ ਵਾਸਤੇ ਮਕਾਨ ਨਹੀਂ, ਉਹ ਡਰਦੇ ਮਾਰੇ ਜਾਂ ਆਪਣੀਆਂ ਮਜਬੂਰੀਆਂ ਕਰਕੇ ਈਸਾਈ ਬਣਦੇ ਪਏ ਨੇ, ਤੇ ਅਸੀਂ ਦੂਜਿਆਂ ਨੂੰ ਦਿਖਾਉਣ ਵਾਸਤੇ ਲੱਗੇ ਹੋਏ ਹਾਂ ਵੀ ਅਸੀਂ ਬੜੇ ਵੱਡੇ ਦਾਨੀ ਹਾਂ। ਪਹਿਲਾਂ ਆਪਣਾ ਘਰ ਸੰਭਾਲੋ, ਫਿਰ ਜਾ ਕੇ ਦੂਜਿਆਂ ਦੀ ਫਿਕਰ ਕਰੋ। ਪੰਥ ਦੀ ਫਿਕਰ ਕਰਨੀ ਤੁਹਾਡਾ ਪਹਿਲਾ ਫਰਜ਼ ਹੈ। ਤੇ ਸਮੁੱਚੀ ਸੇਵਾ, ਸਾਰੇ ਸੰਸਾਰ ਦੀ ਸੇਵਾ ਕਰਨੀ ਸਾਡਾ ਪਰਮ ਧਰਮ ਹੈ। ਇਹਦਾ ਮਤਲਬ ਇਹ ਨਹੀਂ, ਮੇਰਾ ਕਹਿਣ ਦਾ ਭਾਵ ਇਹ ਨਹੀਂ ਹੈ ਵੀ ਤੁਸੀਂ ਦੂਜਿਆਂ ਦੀ ਸੇਵਾ ਨਾ ਕਰੋ। ਭਾਵ ਇਹ ਹੈ ਜਿੱਥੇ ਦੂਜਿਆਂ ਦੀ ਸੇਵਾ ਕਰਦੇ ਉੱਥੇ ਸਿੱਖਾਂ ਦੇ ਪਰਿਵਾਰਾਂ ਦਾ ਵੀ ਖਿਆਲ ਰੱਖੋ, ਕਿ ਉਹ ਵੀ ਕਿੰਨੇ ਮਜਬੂਰ ਹੋਏ ਬੈਠੇ ਨੇ। ਇਸ ਕਰਕੇ ਦਾਨ ਦਿੱਤਾ ਖਾਲਸੇ ਨੂੰ ਚੰਗਾ ਹੈ ਭਾਈ। ਹੋਰ ਕਿਸੇ ਨੂੰ ਦਿੱਤਾ ਹੋਇਆ ਦਾਨ ਨਹੀਂ ਲੱਗਦਾ, ਉਹ ਦਾਨ ਫਬਦਾ ਨਹੀਂ ਹੈ। ਪੁਜਾਰੀਆਂ ਵਿੱਚੋਂ ਸਭ ਤੋਂ ਵੱਡਾ ਪੁਜਾਰੀ ਸੀ ਭਾਈ ਮਨੀ ਸਿੰਘ। ਅੱਜ ਕੱਲ੍ਹ ਇੱਕ ਪ੍ਰਚਾਰਕ ਪ੍ਰਚਾਰ ਵੀ ਕਰਦਾ, ਪੁਜਾਰੀ ਪੁਜਾਰੀ ਪੁਜਾਰੀ, ਬਸ ਇਹੀ ਸੁਣਾਉਂਦਾ ਉਹ ਸਾਰੀ ਕਥਾ ਦੇ ਵਿੱਚ। ਪੁਜਾਰੀ ਕਿਹਨੂੰ ਕਹਿੰਦੇ ਨੇ? ਜਿਹੜਾ ਗੁਰੂ ਸਾਹਿਬ ਦੀ ਪੂਜਾ ਕਰਦਾ ਹੈ। ਪੂਜਾ ਬਿਦ ਸਹਿਤ ਕਰੰਗ, ਇਹ ਜਿਹੜਾ ਭੱਟਾਂ ਦੇ ਸੋਈਆਂ ਦਾ ਬਚਨ ਹੈ। ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹ ਵਿਧੀ ਸਹਿਤ ਪਰਮਾਤਮਾ ਦੀ ਪੂਜਾ ਕਰਦੇ ਨੇ। ਪੂਜੋ ਏਕ ਰਾਮ ਹੀ ਦੇਵਾ, ਹੁਕਮ ਹੋਇਆ ਬਾਣੀ ਦਾ, ਇੱਕ ਅਕਾਲ ਪੁਰਖ ਦੀ ਪੂਜਾ ਕਰੋ। ਕਿਹੜੇ ਸ਼ਬਦ ਨੇ?
दीदार खालसे का परचा शब्द का पूजा अकाल की। खालसे ने अकाल की पूजा करनी है, तो पूजा करन वाला भलिओ पुजारी हुंदा है, ਉਹਨੂੰ पुजारी ਕਹਿੰਦੇ ਨੇ। ਤੇ ਸਾਡੇ ਵਾਲੇ ਅੱਜ ਕੱਲ੍ਹ ਪੁਜਾਰੀ ਦਾ ਮਤਲਬ ਵੀ ਕੁਝ ਹੋਰ ਕੱਢੀ ਫਿਰਦੇ ਨੇ, ਪਤਾ ਨਹੀਂ ਉਹਨਾਂ ਨੂੰ ਕਿਹੜਾ ਪੁਜਾਰੀ ਦਿਸਦਾ ਹੈ। ਪੁਜਾਰੀ ਪੁਜਾਰਨ ਸਿਰ ਵੱਡੋ ਪੁਜਾਰੀ, ਪੂਜਾ ਕਰਨ ਵਾਲਾ ਗੁਰੂ ਦੀ। ਸਾਰੇ ਪੁਜਾਰੀਆਂ ਵਿੱਚੋਂ ਭਾਈ ਮਨੀ ਸਿੰਘ ਜੀ ਸਭ ਤੋਂ ਵੱਡੇ ਪੁਜਾਰੀ ਸਨ। ਤੇ ਸਤਿਗੁਰੂ ਜੀ ਦੇ ਘਰ ਦੇ ਬੜੇ ਇਤਬਾਰੀ ਸਿੱਖ ਸਨ, ਵਿਸ਼ਵਾਸਨੀਕ ਸਿੱਖ ਸਨ। ਅਕਾਲ ਗੂੰਗੇ ਵਾਲਾ ਜਿਹੜਾ ਤਖਤ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ, ਉਸ ਤਖਤ ਤੇ ਜਾ ਕੇ ਬਹਿੰਦੇ ਹਨ। ਆਹਾ, ਜਿਹੜਾ ਖਤਾਦਾਰ ਭਾਵ ਗਲਤੀ ਕਰਨ ਵਾਲਾ, ਉਹਦੇ ਕੰਨ ਵੀ ਖਿੱਚਦੇ ਨੇ, ਲਿਹਾਜ਼ ਨਹੀਂ ਕਰਦੇ। ਇਹ ਨਹੀਂ ਵੀ ਜਿਹੜਾ ਸਿਆਸੀ ਬੰਦਾ ਹੈ ਉਹਦੇ ਗਲ 'ਚ ਸਰੋਪਾ ਵੀ ਪਾ ਦੇਣਾ ਵੀ ਤੈਨੂੰ ਬਖਸ਼ ਦਿੱਤਾ, ਤੇ ਦੂਜਿਆਂ ਨੂੰ ਚੰਗੀ ਤਰ੍ਹਾਂ ਫਿਰ ਹੋਰ ਕਰੜੀ ਸਜ਼ਾ ਲਾ ਦੇਣੀ। ਅੱਜ ਕੱਲ੍ਹ ਇਹ ਹੁੰਦਾ ਨਾ ਵੀ ਜਿਹੜਾ ਤਾਂ ਸਾਨੂੰ ਜਾਣਦਾ ਹੋਵੇ, ਜਥੇਦਾਰਾਂ ਨੂੰ ਜਾਣਦਾ ਹੋਵੇ, ਉੱਧਰ ਨਰਮੀ ਵਰਤ ਲੈਂਦੇ ਨੇ ਤੇ ਦੂਜੇ ਪਾਸੇ ਚੰਗੇ ਕੰਨ ਖਿੱਚਣ ਲੱਗ ਪੈਂਦੇ ਨੇ। ਪਰ ਉਹ ਭਾਈ ਮਨੀ ਸਿੰਘ ਜੀ ਜਿਹੜੇ ਗੁਰਸਿੱਖ ਸਨ, ਉਹਨਾਂ ਵਾਸਤੇ ਸਾਰਾ ਪੰਥ ਇੱਕੋ ਜਿਹਾ ਸੀਗਾ। ਜਿਹੜਾ ਗਲਤੀ ਕਰਦਾ ਸੀ ਭਾਵੇਂ ਕੋਈ ਵੀ ਹੋਵੇ, ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਗਲਤੀ ਕੀਤੀ ਨਾ, ਤੇ ਅਕਾਲੀ ਫੂਲਾ ਸਿੰਘ ਨੇ ਥੰਮ ਨਾਲ ਬੰਨ੍ਹ ਲਿਆ ਸੀ। ਵੇਖੋ ਜਿਹੜਾ ਬਾਦਸ਼ਾਹ ਸੀ, ਪਾਤਸ਼ਾਹ ਸੀਗਾ, ਰਾਜਾ ਸੀ, ਉਹਨੇ ਮੋਰਾਂ ਦਾ ਨਾਚ ਵੇਖਿਆ ਤੇ ਦਰਬਾਰ ਸਾਹਿਬ ਅਰਦਾਸ ਹੁੰਦੀ ਸੀ, ਦੇਗ ਆਉਂਦੀ ਸੀ ਰੋਜ਼। ਮਹਾਰਾਜਾ ਰਣਜੀਤ ਸਿੰਘ ਦੀ ਰੋਜ਼ ਅਰਦਾਸ ਹੁੰਦੀ ਸੀ। ਉਹਨਾਂ ਨੇ ਦੇਗ ਨਹੀਂ ਲਈ, ਅਰਦਾਸ ਨਹੀਂ ਹੋਈ, ਤੇ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਆ ਗਏ। ਆਖਦੇ ਕਾਣਿਆ ਇੱਧਰ ਆ। ਚੇਚਕ ਕਰਕੇ ਨਾ ਅੱਖ ਖਰਾਬ ਹੋ ਗਈ ਸੀ ਬਚਪਨ ਵਿੱਚ, ਤੇ ਲਿਖਣ ਵਾਲਿਆਂ ਨੇ ਲਿਖਿਆ, ਤੇਰੀ ਇੱਕੋ ਅੱਖ ਸੁਲੱਖਣੀ ਪਈ ਚਮਕਾ ਮਾਰੇ, ਤੈਨੂੰ ਝੁਕ ਝੁਕ ਕਰਨ ਸਲਾਮਾਂ ਦੋ ਅੱਖੀਆਂ ਵਾਲੇ। ਮਹਾਰਾਜਾ ਰਣਜੀਤ ਸਿੰਘ ਜੀ ਬੜੀ ਚੜ੍ਹਦੀ ਕਲਾ ਵਾਲੇ ਸਨ, ਪਰ ਮੈਂ ਗੱਲ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕਰਦਾ। ਨਿਹੰਗ ਸਿੰਘ ਅਕਾਲੀ ਫੂਲਾ ਸਿੰਘ ਨੇ ਆਖਿਆ ਇੱਧਰ ਆ, ਥੰਮ ਦੇ ਨਾਲ ਬੰਨ੍ਹ ਲਿਆ ਤੇ ਹੱਥ ਜੋੜ ਕੇ ਖਲੋ ਗਏ। ਮਹਾਰਾਜ ਜੋ ਸਜ਼ਾ ਦਿਓਗੇ ਮੈਨੂੰ ਕਬੂਲ ਹੈ। ਇਹਨੂੰ ਕਹਿੰਦੇ ਜਥੇਦਾਰ। ਜੇ ਜਥੇਦਾਰ ਇੱਦਾਂ ਦਾ ਹੋਵੇ ਤੇ ਕੌਮ ਆਪੇ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਸਿੰਘ ਸਾਹਿਬ ਭਾਈ ਮਨੀ ਸਿੰਘ ਜੀ, ਜੇ ਕਿਸੇ ਨੇ ਖਤਾ ਕੀਤੀ, ਗਲਤੀ ਕੀਤੀ, ਕੰਨ ਖਿੱਚ ਲੈਣੇ, ਇੱਧਰ ਆ ਤੂੰ, ਇਹ ਗਲਤੀ ਕੀਤੀ ਹੈ, ਤੈਨੂੰ ਸਜ਼ਾ ਮਿਲੇਗੀ। ਦੋਹਰਾ ਮਨੀ ਸਿੰਘ ਜਿਛ ਦਿਲ ਆਈ, ਪੀੜ ਗ੍ਰੰਥ ਲਈ ਹਲਾਏ। ਇੱਕ ਦਫਾ ਭਾਈ ਮਨੀ ਸਿੰਘ ਜੀ ਦੇ ਚਿੱਤ ਵਿੱਚ ਇੱਕ ਖਿਆਲ ਆ ਗਿਆ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਹਿਲਾ ਦਿੱਤੀ। ਹਿਲਾਉਣ ਤੋਂ ਹੁਣ ਭਾਵ ਕੀ ਹੈ, ਜਦੋਂ ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਸਰੂਪ ਲਿਖਿਆ, ਜਿਹੜਾ 10ਵੇਂ ਪਾਤਸ਼ਾਹ ਨੇ ਪਹਿਲਾਂ ਲਿਖਾਇਆ, ਉਸ ਤੋਂ ਬਾਅਦ ਉਤਾਰੇ ਹੋਏ ਸਰੂਪਾਂ ਦੇ ਬੀੜ ਹਿਲਾਉਣ ਦਾ ਭਾਵ ਇਹ ਹੈ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਜਿਹੜੀ ਗੁਰੂ ਸਾਹਿਬ ਦੀ ਬਾਣੀ ਸੀ, ਰਾਗਾਂ ਵਿੱਚ ਤਰਤੀਬਵਾਰ ਲਿਖੀ। ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਅੰਗਦ ਦੇਵ ਜੀ ਦੇ ਸ਼ਲੋਕ ਆਉਂਦੇ ਨੇ, ਫਿਰ ਗੁਰੂ ਅਮਰਦਾਸ ਮਹਾਰਾਜ ਦੀ, ਚੌਥੇ ਪਾਤਸ਼ਾਹ ਦੀ, ਫਿਰ ਪੰਜਵੇਂ ਪਾਤਸ਼ਾਹ ਦੀ, ਫਿਰ ਨੌਵੇਂ ਪਾਤਸ਼ਾਹ ਦੀ, ਤਰਤੀਬਵਾਰ ਰਾਗਾਂ ਵਿੱਚ ਬਾਣੀ ਲਿਖੀ। ਫਿਰ ਭਾਈ ਮਨੀ ਸਿੰਘ ਜੀ ਨੇ ਭਗਤ ਬਾਣੀ ਵੱਖਰੀ ਕਰ ਦਿੱਤੀ, ਪੋਥੀ ਬਣਾ ਦਿੱਤੀ। ਭਗਤ ਬਾਣੀ ਦੀ ਪੋਥੀ ਕਿਉਂ ਬਣਾਈ ਸੀ ਉਹਨਾਂ ਨੇ? ਮਹਿੰਗੀ ਬਾਣੀ ਸੀ ਵੀ ਚਲੋ ਗੁਰਸਿੱਖ ਇਹਨੂੰ ਪੜ੍ਹ ਲਿਆ ਕਰਨਗੇ, ਵੀ ਚਲੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਤਾਰੇ ਤਾਂ ਬੜੇ ਹੋ ਗਏ ਨੇ, ਪਰ ਹਰ ਸਿੱਖ ਲਈ ਪੜ੍ਹਨਾ ਕਠਿਨ ਸੀ ਨਾ। ਫਿਰ ਉਹਨਾਂ ਨੇ ਭਗਤ ਬਾਣੀ ਬਣਾ ਦਿੱਤੀ। ਜਿੱਦਾਂ ਬਾਣੀਆਂ ਅਲੱਗ-ਅਲੱਗ ਕਰ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਜਿਵੇਂ ਆਪਾਂ 10 ਗ੍ਰੰਥੀ ਵੇਖਦੇ ਹਾਂ, ਦਸਮ ਦੀ ਬਾਣੀ ਦੀ, 5 ਗ੍ਰੰਥੀ ਵੇਖਦੇ ਹਾਂ, 22 ਵਾਰਾਂ ਵੇਖਦੇ ਹਾਂ, ਭਗਤ ਬਾਣੀ ਵੇਖਦੇ ਹਾਂ। ਉਹਨਾਂ ਨੇ ਬਾਣੀ ਜੁਦਾ-ਜੁਦਾ ਕਰਕੇ ਨਾ ਛੋਟੀਆਂ ਪੋਥੀਆਂ ਬਣਾ ਦਿੱਤੀਆਂ ਸੰਗਤਾਂ ਦੇ ਫਾਇਦੇ ਵਾਸਤੇ, ਵੀ ਚਲੋ ਸੰਗਤਾਂ ਸਾਰੀਆਂ ਇਹਨਾਂ ਪੋਥੀਆਂ ਤੋਂ ਬਾਣੀ ਪੜ੍ਹ ਕੇ ਲਾਹਾ ਲੈ ਲੈਣ। ਇਹ ਗੱਲ ਪੰਥ ਨੂੰ ਪਸੰਦ ਨਹੀਂ ਆਈ। ਇੱਕ ਉਹਨਾਂ ਨੇ ਜਿੱਥੇ ਦਸਮ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ, ਉਹ ਸਰੂਪ ਅੱਜ ਵੀ ਦਿੱਲੀ ਮੌਜੂਦ ਹੈ। ਉਹਨਾਂ ਨੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਦਸਮ ਗ੍ਰੰਥ ਦੀ ਬੀੜ ਇੱਕ ਬਣਾ ਦਿੱਤੀ, ਯਾਨੀ ਕਿ ਦੋਨੇ ਬੀੜਾਂ ਜਿਹੜੀਆਂ ਸਨ ਉਹ ਜੋੜ ਦਿੱਤੀਆਂ, ਤਾਂ ਕਿ ਬਾਣੀ ਜਿਹੜੀ ਇੱਕ ਜਗ੍ਹਾ 'ਤੇ ਸੰਭਾਲੀ ਜਾਏ। ਅਤੇ ਪੰਥ ਨੂੰ ਇਹ ਗੱਲ ਵੀ ਪਸੰਦ ਨਹੀਂ ਆਈ।
ਉਹਨਾਂ ਨੇ ਆਖਿਆ ਵੀ ਤੁਸੀਂ ਇੱਕ ਜਗ੍ਹਾ 'ਤੇ ਨਹੀਂ ਸੀ ਕਰਨੀ ਬਾਣੀ, ਵੀ ਵੱਖਰੀ ਵੱਖਰੀ ਰਹਿਣ ਦੇਣੀ ਸੀ। ਜੇ ਦਰਜ ਕਰਨੀ ਹੁੰਦੀ ਤੇ ਮਹਾਰਾਜ ਦਸਵੇਂ ਪਾਤਸ਼ਾਹ ਆਪਣੀ ਬਾਣੀ ਆਪ ਦਰਜ ਕਰ ਜਾਂਦੇ ਗੁਰੂ ਗ੍ਰੰਥ ਸਾਹਿਬ। ਜੇ ਅੱਜ ਕੱਲ੍ਹ ਵੀ ਬੜਾ ਸ਼ੋਸ਼ਾ ਛੱਡਦੇ ਨੇ ਜਿਹੜੇ ਵਿਰੋਧੀ ਨੇ ਨਾ ਦਸਮ ਦੇ। ਮਹਾਰਾਜ ਕਲਗੀਧਰ ਜੀ ਦਾ ਬਚਨ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਗੰਮੀ ਬਾਣੀ ਹੈ, ਇਹ ਗੁਰੂ ਹੈ, ਪਰ ਦਸਮ ਸਾਡੀ ਖੇਡ ਹੈ। ਇਹ ਬਚਨ ਕਲਗੀਧਰ ਜੀ ਦਾ, ਦਸਮ ਸਾਡੀ ਖੇਡ ਹੈ। ਜਿਵੇਂ ਅਕਾਲ ਤਖਤ ਸਾਹਿਬ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦਸਮ ਗ੍ਰੰਥ ਹੈ, ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਹੈ, ਮੀਰੀ ਹੈ ਤੇ ਪੀਰੀ ਹੈ। ਦਸਮ ਗ੍ਰੰਥ ਜਿਹੜਾ ਮੀਰੀ ਦਾ ਗ੍ਰੰਥ ਹੈ, ਪਾਤਸ਼ਾਹੀ ਦਾ ਗ੍ਰੰਥ ਹੈ, ਦੰਗਾ ਯੁੱਧਾਂ ਦੀ ਕਥਾ ਉਹਦੇ ਵਿੱਚ ਮੀਰੀ ਹੈ। ਅਕਾਲ ਤਖਤ ਸਾਹਿਬ ਹੈ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁਣ ਤੱਕ ਅਕਾਲ ਤਖਤ ਸਾਹਿਬ ਤੇ ਹੁੰਦਾ ਆਇਆ ਸੀਗਾ, ਬੜਾ ਲੰਮਾ ਸਮਾਂ। ਇਹਨਾਂ ਨੇ ਕੁਝ ਸਾਲ ਪਹਿਲਾਂ ਹੀ ਬੰਦ ਕੀਤਾ, ਪਹਿਲਾਂ ਦਸਮ ਦਾ ਪ੍ਰਕਾਸ਼ ਉੱਥੇ ਵੀ ਹੁੰਦਾ ਸੀ। ਅੱਜ ਕੱਲ੍ਹ ਨਿਹੰਗ ਸਿੰਘ ਜਥੇਬੰਦੀਆਂ ਕਰਦੀਆਂ ਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪ੍ਰਕਾਸ਼ ਹੁੰਦੇ ਨੇ। ਸੋ ਇਸ ਕਰਕੇ ਭਾਈ ਮਨੀ ਸਿੰਘ ਜੀ ਨੇ ਬੀੜ ਇੱਕ ਕਰ ਦਿੱਤੀ, ਆਦਿ ਗੁਰੂ ਗ੍ਰੰਥ ਸਾਹਿਬ ਦੀ ਤੇ ਦਸਮ ਦੀ ਬੀੜ ਇੱਕ ਕਰ ਦਿੱਤੀ ਉਹਨਾਂ ਨੇ। ਦਿੱਲੀ ਵਿੱਚ ਗੁਲਾਬ ਸਿੰਘ ਸੇਠੀ ਉਹਨਾਂ ਦੇ ਪਾਸ, ਉਹਨਾਂ ਦੇ ਘਰ ਦੇ ਵਿੱਚ ਜਿਹੜੀ ਦਸਮ ਦੀ ਬੀੜ ਹੈ ਮੌਜੂਦ ਹੈ, ਅੱਜ ਵੀ ਦਰਸ਼ਨ ਕਰ ਸਕਦੀਆਂ ਸੰਗਤਾਂ ਜਾ ਕੇ। ਪੰਥ ਦੇ ਵਿੱਚ ਇਸ ਗੱਲ ਦਾ ਰੌਲਾ ਪੈ ਗਿਆ ਵੀ ਉਹ ਕਹਿੰਦੇ ਵੀ ਇੱਕ ਨਹੀਂ ਸੀ ਕਰਨੀਆਂ, ਵੀ ਆਦਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੱਖਰਾ ਰਹਿਣ ਦੇਣਾ ਸੀ ਤੇ ਦਸਮ ਦਾ ਵੱਖਰਾ ਰਹਿਣ ਦੇਣਾ ਸੀ। ਫਿਰ ਇਸ ਤੋਂ ਬਾਅਦ ਵਿੱਚ ਕੋਈ ਵੀ ਜਿਹੜਾ ਸਰੂਪ ਸੀਗਾ ਉਹ ਇਕੱਠਾ ਨਹੀਂ ਕੀਤਾ ਗਿਆ। ਦਸਮ ਦੀ ਬੀੜਾਂ ਦਾ ਵੱਖਰਾ ਉਤਾਰਾ ਹੋਇਆ, ਬਾਬਾ ਦੀਪ ਸਿੰਘ ਜੀ ਨੇ ਉਤਾਰੇ ਕੀਤੇ ਦਸਮ ਦੀਆਂ ਬੀੜਾਂ ਦੇ, ਤੇ ਨਾਲ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਦਸਮ ਦੇ ਸਰੂਪ ਲਿਖੇ, ਨਾਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਲਿਖੇ। ਤੇ 4 ਤਖਤਾਂ 'ਤੇ ਸੁਸ਼ੋਭਿਤ ਨੇ ਜਿਹੜੇ ਸਰੂਪ ਬਾਬਾ ਦੀਪ ਸਿੰਘ ਜੀ ਨੇ ਲਿਖੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ। ਇੱਕ ਬੀੜ ਹੋਰ ਸੀ, ਕਹਿੰਦੇ ਉਹ ਘੱਲੂ ਘਾਰੇ ਦੇ ਸਮੇਂ ਦੇ ਵਿੱਚ ਸ਼ਾਇਦ ਉਹਦਾ ਪਤਾ ਨਹੀਂ ਲੱਗਿਆ, ਮੈਂ ਕਿਸੇ ਸਿੰਘ ਕੋ ਜ਼ਰੂਰ ਸੁਣਿਆ ਸੀਗਾ ਵੀ ਉਹ ਤੁਰਕ ਜਿਹੜੇ ਆਏ ਸਨ ਉਹ ਨਾਲ ਹੀ ਲੈ ਗਏ ਸਨ ਇੱਕ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਵੀ ਉੱਧਰ ਕਿਤੇ ਮੌਜੂਦ ਜ਼ਰੂਰ ਹੈ, ਪਰ ਚਲੋ ਪੁਖਤਾ ਗੱਲ ਨਹੀਂ ਪਤਾ ਲੱਗੀ, ਤਾਂ ਹੀ ਉਹਦੇ 'ਤੇ ਬਹੁਤੀ ਚਰਚਾ ਨਹੀਂ ਹੋ ਸਕਦੀ। 5 ਬੀੜਾਂ ਦਾ ਜ਼ਿਕਰ ਆਉਂਦਾ, 4 ਤਾਂ ਹਨ ਉਹਨਾਂ ਨੇ ਜਿਹੜੀਆਂ ਭੇਜੀਆਂ ਸਨ ਤਖਤਾਂ 'ਤੇ, ਪਰ ਇੱਕ 5ਵੀਂ ਬੀੜ ਵੀ ਸੀ ਭਾਈ ਮਨੀ ਸਿੰਘ ਜੀ ਦੀ। ਮੈਨੂੰ ਇਹ ਬਚਨ ਜ਼ਰੂਰ ਸੁਣਨ ਨੂੰ ਮਿਲਿਆ ਸੀ ਕਿਸੇ ਪਾਸੋਂ। ਦਸਮ ਦੀਆਂ ਬੀੜਾਂ ਉਹਨਾਂ ਨੇ ਲਿਖੀਆਂ, ਤੇ ਜਿਹੜਾ ਹੁਣ ਇਹ ਮਸਲਾ ਹੋਇਆ ਸੀਗਾ, ਭਾਈ ਮਨੀ ਸਿੰਘ ਜੀ ਨੇ ਜਿਹੜਾ ਸਰੂਪ ਲਿਖਿਆ ਤੇ ਇੱਕ ਕਰ ਦਿੱਤਾ ਆ ਤੇ ਦਸਮ ਦਾ, ਉਹਦਾ ਰੌਲਾ ਪਿਆ ਤੇ ਪੰਥ ਨੇ ਫੈਸਲਾ ਲਿਆ ਉਹ ਕਥਾ ਅੱਗੇ ਜਾ ਕੇ ਆਵੇਗੀ। ਜਦੋਂ ਮੱਸੇ ਰੰਗੜ ਦਾ ਸਿਰ ਵੱਢਣ ਗਏ ਨਾ ਭਾਈ ਸੁੱਖਾ ਸਿੰਘ ਤੇ ਮਤਾਬ ਸਿੰਘ, ਉਹ ਇੱਥੇ ਪਹੁੰਚੇ ਔਰ ਰੌਲਾ ਪਿਆ ਹੋਇਆ ਸੀਗਾ, ਤੇ ਉਹਨਾਂ ਨੇ ਫਿਰ ਫੈਸਲਾ ਕੀਤਾ ਵੀ ਜੇ ਤਾਂ ਅਸੀਂ ਮੱਸੇ ਰੰਗੜ ਦਾ ਸਿਰ ਵੱਢ ਕੇ ਆ ਗਏ, ਫਿਰ ਆਦਿ ਗੁਰੂ ਗ੍ਰੰਥ ਸਾਹਿਬ ਤੇ ਦਸਮ ਦਾ ਸਰੂਪ ਅਲੱਗ-ਅਲੱਗ ਰਹੇਗਾ, ਤੇ ਜੇ ਅਸੀਂ ਉੱਥੇ ਮਾਰੇ ਗਏ ਸ਼ਹੀਦ ਹੋ ਗਏ ਤੇ ਫਿਰ ਆਦਿ ਗੁਰੂ ਗ੍ਰੰਥ ਸਾਹਿਬ ਤੇ ਦਸਮ ਦੀ ਬੀੜ ਇੱਕੋ ਰਹੇਗੀ। ਇਹ ਫੈਸਲਾ ਉਹਨਾਂ ਨੇ ਕੀਤਾ ਤੇ ਅਰਦਾਸ ਕਰਕੇ ਗਏ ਮਹਾਰਾਜ ਦੇ ਕੋਲ, ਤੇ ਮੱਸੇ ਰੰਗੜ ਦਾ ਸਿਰ ਵੱਢ ਲਿਆਏ ਭਾਈ ਸੁੱਖਾ ਸਿੰਘ ਤੇ ਮਤਾਬ ਸਿੰਘ। ਫਿਰ ਪੰਥ ਨੇ ਫੈਸਲਾ ਕੀਤਾ ਵੀ ਇਹ ਮਹਾਰਾਜ ਦਾ ਹੁਕਮ ਹੈ ਵੀ ਆਪਾਂ ਆਦਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੱਖਰਾ ਤੇ ਦਸਮ ਦਾ ਸਰੂਪ ਜਿਹੜਾ ਉਹ ਵੱਖਰਾ ਰੱਖਣਾ ਹੈ। ਸੋ ਇੱਥੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਫਰਮਾਨ ਕਰਦੇ ਨੇ ਕਿ ਮਨੀ ਸਿੰਘ ਕਿਛ ਦਿਲ ਆਈ ਬੀੜ ਗ੍ਰੰਥ ਦਈ ਹਲਾਏ। ਉਹਨਾਂ ਦੇ ਦਿਲ ਵਿੱਚ ਵਿਚਾਰ ਆਇਆ ਵੀ ਚਲੋ ਸੰਗਤਾਂ ਨੂੰ ਸੌਖਾ ਹੋ ਜਾਏਗਾ। ਉਹਨਾਂ ਨੇ ਭਗਤ ਬਾਣੀ 22 ਵਾਰਾਂ ਇਸ ਤਰ੍ਹਾਂ ਬਾਣੀ ਦੀਆਂ ਨਾ ਵੱਖਰੀਆਂ ਵੱਖਰੀਆਂ ਛੋਟੀਆਂ ਪੋਥੀਆਂ ਬਣਾ ਦਿੱਤੀਆਂ ਸੰਗਤਾਂ ਦੀ ਸਹੂਲਤ ਵਾਸਤੇ। ਇਸ ਗੱਲ ਤੋਂ ਸੰਗਤਾਂ ਜਿਹੜੀਆਂ ਸਨ ਖਫਾ ਹੋ ਗਈਆਂ। ਉਹਨਾਂ ਨੇ ਭਾਈ ਮਨੀ ਸਿੰਘ ਜੀ ਨੂੰ ਹੁਕਮ ਕੀਤਾ ਵੀ ਜਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਲੱਗ-ਅਲੱਗ ਕਰ ਦਿੱਤੀ ਹੈ, ਵੱਖਰੀ ਵੱਖਰੀ ਕਰ ਦਿੱਤੀ, ਤੁਹਾਡਾ ਵੀ ਬੰਦ-ਬੰਦ ਕੱਟਿਆ ਜਾਵੇਗਾ, ਵੱਖਰਾ ਹੋ ਜਾਏਗਾ। ਜਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਬੰਦ-ਬੰਦ ਹਿਲਾ ਦਿੱਤਾ, ਬਾਣੀਆਂ ਅਲੱਗ ਕਰ ਦਿੱਤੀਆਂ, ਇਸ ਤਰ੍ਹਾਂ ਤੁਹਾਡਾ ਵੀ ਬੰਦ-ਬੰਦ ਕੱਟਿਆ ਜਾਵੇਗਾ। ਇੱਦਾਂ ਸਿੱਖ ਸੰਗਤ ਨੇ ਬਚਨ ਕਰ ਦਿੱਤਾ ਹੈ।
ਪਾਪ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਇਉਂ ਕਹਿ ਲਓ ਵੀ ਉਹਨਾਂ ਨੇ ਤਾਂ ਸੰਗਤ ਦੀ ਸਹੂਲਤ ਵਾਸਤੇ ਬਾਣੀਆਂ ਵੱਖਰੀਆਂ ਕੀਤੀਆਂ ਸਨ, ਛੋਟੀਆਂ ਪੋਥੀਆਂ ਬਣਾਈਆਂ, ਵੀ ਉਹਨਾਂ ਨੂੰ ਪਾਪ ਹੀ ਲੱਗ ਗਿਆ ਇੱਕ ਤਰ੍ਹਾਂ ਦਾ, ਤੇ ਸੰਗਤ ਦਾ ਬਚਨ ਹੋ ਗਿਆ ਵੀ ਤੁਹਾਡਾ ਬੰਦ ਕੱਟਿਆ ਜਾਏਗਾ। ਤਬ ਹੀ ਮਨੀ ਸਿੰਘਿਓ ਸੁਣ ਲਈ। ਤੇ ਜਦੋਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਸੰਗਤ ਦਾ ਇਹ ਬਚਨ ਸੁਣਿਆ, ਪੰਥ ਦਾ ਹੁਕਮ ਸੁਣਿਆ ਹੈ, ਸੁਨਤ ਬਚਨ ਤਿਸ ਚਿੰਤਾ ਪਈ। ਹੁਣ ਇਹ ਬਚਨ ਸੁਣ ਕੇ ਉਹਨਾਂ ਦੇ ਚਿੱਤ ਦੇ ਵਿੱਚ ਚਿੰਤਾ ਪੈ ਗਈ। ਹੁਣ ਚਿੰਤਾ ਕਿਹੜੀ ਪਈ? ਇਹ ਨਹੀਂ ਚਿੰਤਾ ਪਈ ਵੀ ਮੇਰਾ ਬੰਦ ਕੱਟਿਆ ਜਾਣਾ ਹੈ। ਹਾਂਜੀ, ਸੰਗਤ ਬਚਨ ਸੁਖਾਲੀ ਨਾਹੀ। ਭਾਈ ਮਨੀ ਸਿੰਘ ਜੀ ਕਹਿੰਦੇ ਵੀ ਖਾਲਸੇ ਪੰਥ ਦਾ ਸੰਗਤ ਦਾ ਜਿਹੜਾ ਬਚਨ ਹੈ ਉਹ ਖਾਲੀ ਨਹੀਂ ਜਾਂਦਾ। ਸਤ ਬਚਨ ਇਹ ਹਮ ਸਿਰ ਆਹੀ। ਤੇ ਸਤ ਬਚਨ ਹੈ ਸੰਗਤ ਦਾ ਕਹਿਆ ਹੋਇਆ ਬਚਨ। ਜੇ ਉਹਨਾਂ ਨੇ ਕਹਿ ਦਿੱਤਾ ਵੀ ਮੇਰਾ ਬੰਦ ਕੱਟਿਆ ਜਾਣਾ ਤੇ ਜ਼ਰੂਰ ਕੱਟਿਆ ਜਾਵੇਗਾ। ਜੋੜ ਹੱਥ ਸੋ ਤੁਰਕ ਖਲੋਇਓ। ਦੋਨੇ ਹੱਥ ਜੋੜ ਕੇ ਭਾਈ ਮਨੀ ਸਿੰਘ ਜੀ ਪੰਥ ਦੇ ਸਾਹਮਣੇ ਖਲੋ ਗਏ। ਕਰਿਓ ਅਨੁਗ੍ਰਹਿ ਜੋ ਹਮਸੇ ਹੋਇਓ। ਹੱਥ ਜੋੜ ਕੇ ਬੇਨਤੀ ਕਰਦੇ ਵੀ ਮੇਰੇ ਤੇ ਕਿਰਪਾ ਕਰ ਦਿਓ, ਵੀ ਜੋ ਮੇਰੇ ਕੋਲੋਂ ਹੋ ਗਿਆ ਵੀ ਉਹ ਮੈਨੂੰ ਮਾਫ ਕਰ ਦਿਓ। ਗੁਰ ਸੰਗਤ ਗੁਰ ਆਹੀ। ਕੋਈ ਹੋਰ ਹੁੰਦਾ ਤੇ ਕਹਿੰਦਾ ਵੀ ਗਲਤੀ ਮਾਫ ਕਰ ਦਿਓ, ਇਹੀ ਬੇਨਤੀ ਕਰਨੀ ਸੀ ਨਾ ਜੇ ਕੋਈ ਹੋਰ ਹੁੰਦਾ। ਪਰ ਉਸ ਵਕਤ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਗੁਰੂ ਦੀ ਸੰਗਤ ਜਿਹੜੀ ਹੈ ਨਾ, ਗੁਰੂ ਦਾ ਸਰੂਪ ਹੁੰਦਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਵਸਦੇ ਹਨ। ਸੰਗਤ ਮੇਂ ਭੇਦ ਕਛ ਨਾਹੀ। ਗੁਰੂ ਵਿੱਚ ਤੇ ਸੰਗਤ ਵਿੱਚ ਕਿਸੇ ਪ੍ਰਕਾਰ ਦਾ ਕੋਈ ਭੇਦ ਕੋਈ ਫਰਕ ਨਹੀਂ ਹੈ। ਸੰਗਤ ਬਚਨ ਹਮ ਹੈ ਸਿਰ ਧਰਿਓ। ਜੇ ਸੰਗਤ ਨੇ ਬਚਨ ਕਰ ਦਿੱਤਾ ਮੇਰਾ ਬੰਦ ਕੱਟਿਆ ਜਾਣਾ ਹੈ, ਮੈਂ ਸੰਗਤ ਦਾ ਕਹਿਆ ਹੋਇਆ ਬਚਨ ਆਪਣੇ ਸਿਰ ਮੱਥੇ ਮੰਨ ਲਿਆ ਹੈ। ਸੋਨੇ ਚਲੀਏ ਅਬ ਪੂਰ ਕਰਿਓ। ਪਰ ਹੁਣ ਮੈਂ ਇਹ ਚਾਹੁੰਦਾ ਹਾਂ ਵੀ ਮੈਨੂੰ ਇੱਕ ਤੁਸੀਂ ਵਰ ਦੇ ਦਿਓ। ਜਿੱਥੇ ਹੁਕਮ ਕਰ ਦਿੱਤਾ ਤੇਰਾ ਬੰਦ ਕੱਟਿਆ ਜਾਏਗਾ, ਉਹਦੇ ਨਾਲ ਇੱਕ ਛੋਟਾ ਜਿਹਾ ਵਰ ਵੀ ਮੈਨੂੰ ਬਖਸ਼ ਦਿਓ। ਮੇਰੀ ਸਿੱਖੀ ਸਾਬਤ ਰਹੇ। ਮੇਰੀ ਸਿੱਖੀ ਸਾਬਤ ਰਹਿ ਜਾਏ। ਜਦੋਂ ਮੇਰਾ ਬੰਦ ਕੱਟਿਆ ਜਾਏ ਮੈਂ ਡੋਲਾ ਨਾ, ਮੇਰੀ ਸਿੱਖੀ ਸਾਬਤ ਰਹਿ ਜਾਏ। ਬੰਦ ਕਾਟਤ ਨਹਿ ਦੁਖ ਆਹੈ। ਬੰਦ ਕੱਟੇ ਜਾਣ ਦਾ ਮੈਨੂੰ ਕੋਈ ਦੁੱਖ ਨਹੀਂ। ਭਾਵੇਂ ਸਰੀਰ ਦਾ ਇੱਕ ਹਿੱਸਾ ਇੱਕ ਕੋਨਾ ਕੱਟ ਦਿੱਤਾ ਜਾਵੇ, ਉਹਦਾ ਨਹੀਂ ਮੈਨੂੰ ਕੋਈ ਫਰਕ ਪੈਂਦਾ, ਪਰ ਮੈਨੂੰ ਇਹ ਫਰਕ ਜ਼ਰੂਰ ਪੈਂਦਾ ਵੀ ਕਿਤੇ ਸਿੱਖੀ ਤੋਂ ਨਾ ਡੋਲ ਜਾਵਾਂ। ਸਿੱਖੀ ਤੋਂ ਨਾ ਡੋਲਾਂ, ਭਾਵੇਂ ਮੇਰਾ ਬੰਦ ਕੱਟਿਆ ਜਾਵੇ। ਸਿੱਖੀ ਮੈਂ ਕਿਛ ਭੰਗ ਨਾ ਪਵੈ। ਆਹ ਸਿੱਖੀ ਦੇ ਵਿੱਚ ਕੋਈ ਭੰਗ ਨਾ ਪਵੇ, ਕੋਈ ਰੁਕਾਵਟ ਨਾ ਆ ਜਾਵੇ। ਇਹ ਸੀਸ ਤੁਰਕਨ ਸਿਰ ਭਵੈ। ਇਸੇ ਪ੍ਰਕਾਰ ਇਹ ਜਿਹੜਾ ਸੀਸ ਹੈ ਨਾ, ਇਹ ਤੁਰਕਾਂ ਦੇ ਸਿਰ ਤੇ ਮੈਂ ਲਾ ਦਿਆਂ। ਇਹ ਤੁਰਕਾਂ ਦੇ ਸਿਰ ਲੱਗ ਜਾਏ। ਜੇ ਮੇਰੀ ਦੇਹੀ ਸਿੱਖੀ ਦੇ ਪ੍ਰਤੀ ਕੁਰਬਾਨ ਹੋ ਜਾਵੇ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਭਾਵੇਂ ਮੇਰੇ ਸਰੀਰ ਦਾ ਇੱਕ ਹਿੱਸਾ ਕੱਟ ਦਿੱਤਾ ਜਾਵੇ। ਦੇਹੀ ਕਟਨ ਮੈਂ ਦੁਖ ਨਾ ਮਾਨੋ। ਦੇਹੀ ਕੱਟਣ ਦੇ ਵਿੱਚ ਕਿਸੇ ਪ੍ਰਕਾਰ ਦਾ ਮੈਂ ਦੁੱਖ ਨਹੀਂ ਮੰਨਦਾ। ਸਿੱਖੀ ਰਹੈ ਮੈਂ ਵੱਡ ਸੁਖ ਜਾਨੋ। ਮੇਰੀ ਸਿੱਖੀ ਸਾਬਤ ਰਹਿ ਜਾਏ, ਇਹਦੇ ਵਿੱਚ ਮੈਂ ਵੱਡਾ ਸੁਖ ਜਾਣਦਾ ਮੰਨਦਾ ਹਾਂ। ਦੋਹਰਾ ਦੇਹੀ ਕਿਸਕੀ ਬਾਪਰੀ। ਸਿੱਖੀ ਜੇ ਸਾਬਤ ਹੋਏ। ਭਾਈ ਮਨੀ ਸਿੰਘ ਜੀ ਕਹਿੰਦੇ ਵਿਚਾਰੀਏ ਦੇਹੀ ਕੀ ਹੈ। ਜੇ ਸਿੱਖੀ ਸਾਬਤ ਰਹਿ ਜਾਏ ਨਾ, ਇਹਦੇ ਤੋਂ ਤਾਂ ਹਜ਼ਾਰ ਦਹੀਆਂ ਵਾਰੀਆਂ ਜਾ ਸਕਦੀਆਂ ਨੇ। ਮੇਰੀ ਸਿੱਖੀ ਸਾਬਤ ਰਹਿਣੀ ਚਾਹੀਦੀ ਹੈ। ਦੇਹ ਤੋ ਆਵਣ ਜਾਣ ਹੈ। ਸਿੱਖੀ ਸਭ ਲਬੈ ਕਬ ਹੋਏ। ਦੇਹੀ ਦਾ ਤਾਂ ਆਉਣਾ ਜਾਣਾ ਸੰਸਾਰ ਤੇ ਬਣਿਆ ਰਹਿੰਦਾ। ਕੋਈ ਆ ਜਾਂਦਾ, ਕੋਈ ਚਲਾ ਜਾਂਦਾ। ਇਹਨੇ ਜੰਮਣਾ, ਇਹਨੇ ਮਰਨਾ ਹੈ, ਪਰ ਸਿੱਖੀ ਨਹੀਂ ਸੌਖੀ ਲੱਭਦੀ ਹੁੰਦੀ। ਇਹ ਤਾਂ ਵੱਡੇ ਭਾਗ ਜਾਗ ਜੇ ਗੁਰੂ ਕਿਰਪਾ ਕਰਦਾ, ਬਖਸ਼ਿਸ਼ ਕਰਦਾ, ਫਿਰ ਕਿਤੇ ਸਿੱਖੀ ਲੱਭਦੀ ਹੈ। ਦੇਹੀ ਤਾਂ ਮਿਲ ਜਾਏਗੀ ਦੁਆਰਾ, ਪਰ ਸਿੱਖੀ ਦੁਆਰਾ ਪ੍ਰਾਪਤ ਨਹੀਂ ਹੋਵੇਗੀ। ਜੋ ਪਈ ਤਬ ਸਿੱਖਨ ਸੋ ਮੰਨ ਲਈ। ਭਾਈ ਮਨੀ ਸਿੰਘ ਜੀ ਦੇ ਕਹੇ ਹੋਏ ਬਚਨ ਗੁਰੂ ਕੇ ਖਾਲਸੇ ਨੇ ਮੰਨ ਲਏ ਹਨ। ਸਿੱਖਨ ਪੰਜਨ ਆਗਿਆ ਕਈ। ਪੰਜ ਸਿੱਖਾਂ ਨੇ ਫਿਰ ਹੱਥ ਜੋੜ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ। ਸਿੱਖੀ ਸਾਬਤ ਸਿੱਖ ਕੀ ਰਹੈ। ਅਰਦਾਸ ਕਰਦੇ ਨੇ, ਹੇ ਸਤਿਗੁਰੂ ਕਿਰਪਾ ਕਰਿਓ ਜਦੋਂ ਸਿੱਖ ਦਾ ਬੰਦ ਕੱਟਿਆ ਜਾਏ, ਭਾਈ ਮਨੀ ਸਿੰਘ ਦੀ ਸਿੱਖੀ ਸਾਬਤ ਰਹਿ ਜਾਵੇ। ਕਰ ਅਰਦਾਸ ਸਿੱਖਨ ਦਿਓ ਕਹੈ। ਅਰਦਾਸ ਬੇਨਤੀ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਸਿੱਖਾਂ ਨੇ ਇਹ ਜਿਹੜੀ ਗੱਲ ਸਤਿਗੁਰਾਂ ਨੂੰ ਕਹਿ ਦਿੱਤੀ ਹੈ। ਦੋਹਰਾ ਜੋ ਸਿੱਖਨ ਦਈ ਅਰਦਾਸ ਕਰ ਤਉ
ਭਏ ਕੰਮ ਸਿਰ ਰਾਸ। ਇਸ ਵਿਧੀ ਨਾਲ ਗੁਰੂ ਕੇ ਖਾਲਸੇ ਨੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਭਾਈ ਮਨੀ ਸਿੰਘ ਜੀ ਦੀ। ਇਹੋ ਜਿਹਾ ਸਿਦਕ, ਇਹੋ ਜਿਹਾ ਹੱਠ ਬੰਦ ਕੱਟਿਆ ਜਾਏ, ਪਰ ਸਿੱਖੀ 'ਚ ਭੰਗ ਨਾ ਪਏ, ਸਿੱਖੀ ਸਾਬਤ ਰਹਿ ਜਾਏ। ਖਾਲਸੇ ਕੋਲੋਂ ਅਰਦਾਸ ਕਰਾਈ, ਭੁੱਲ ਬਖਸ਼ਾਉਣ ਦੀ ਅਰਦਾਸ ਵੀ ਤਾਂ ਕਰਾਈ ਸਕਦੇ ਸਨ ਵੀ ਖਾਲਸਾ ਮੈਨੂੰ ਬਖਸ਼ ਦੇ, ਵੀ ਮੈਂ ਤਾਂ ਸੰਗਤਾਂ ਦੀ ਸਹੂਲਤ ਵਾਸਤੇ ਵੀ ਇਹ ਜਿਹੜੀਆਂ ਪੋਥੀਆਂ ਲਿਖੀਆਂ ਨੇ। ਪਰ ਭਾਈ ਮਨੀ ਸਿੰਘ ਜੀ ਕਹਿੰਦੇ ਨਹੀਂ, ਖਾਲਸੇ ਦਾ ਬਚਨ ਸਿਰ ਮੱਥੇ ਹੈ, ਪਰ ਅਰਦਾਸ ਹੈ ਕਿ ਮੇਰੀ ਸਿੱਖੀ ਸਾਬਤ ਰਹਿ ਜਾਏ। ਖਾਲਸੇ ਨੇ ਜਦੋਂ ਅਰਦਾਸ ਕੀਤੀ ਤੇ ਸਾਰੇ ਕੰਮ ਰਾਸ ਹੋ ਗਏ ਹਨ। ਤੋ ਫਿਰ ਮਨ ਮਨੀ ਸਿੰਘ ਕੇ ਵੈਸੋ ਭਇਓ ਹੁਲਾਸ। ਇਸ ਪ੍ਰਕਾਰ ਭਾਈ ਮਨੀ ਸਿੰਘ ਜੀ ਦੇ ਮਨ ਵਿੱਚ ਬੜਾ ਹੁਲਾਸ ਤੇ ਬੜੀ ਖੁਸ਼ੀ ਪੈਦਾ ਹੋ ਗਈ ਜਦੋਂ ਖਾਲਸੇ ਪੰਥ ਨੇ ਉਹਨਾਂ ਦੀ ਸਿੱਖੀ ਸਾਬਤ ਲਈ ਅਰਦਾਸ ਕਰ ਦਿੱਤੀ ਹੈ। ਕਈ ਬਰਸ ਬੀਤਤ ਭਏ ਸਮੋ ਪਹੁੰਚਿਓ ਆਏ। ਇਸ ਵਿਧੀ ਨਾਲ ਕਈ ਸਾਲਾਂ ਦਾ ਸਮਾਂ ਬਤੀਤ ਹੋ ਗਿਆ। ਸਿੱਖੀ ਦੀ ਸੇਵਾ ਕਰਦਿਆਂ, ਪ੍ਰਚਾਰ ਕਰਦਿਆਂ, ਬਾਣੀ ਦੀ ਕਥਾ ਕਰਦਿਆਂ ਹੋਇਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਦਿਆਂ ਕਾਫੀ ਲੰਮਾ ਸਮਾਂ ਲੰਘ ਗਿਆ। ਕਈ ਸਾਲ ਬਤੀਤ ਹੋ ਗਏ, ਸਮੋ ਪਹੁੰਚਿਓ ਆਏ। ਹੁਣ ਭਾਈ ਮਨੀ ਸਿੰਘ ਜੀ ਦਾ ਸਮਾਂ ਆਣ ਪਹੁੰਚਿਆ ਹੈ। ਮੇਲਾ ਦੀਵਾਲੀ ਕੋ ਲੱਗਿਓ ਤੁਰਕਨ ਤੇ ਅਖਵਾਏ। ਦੀਵਾਲੀ ਦਾ ਮੇਲਾ ਆ ਰਿਹਾ ਸੀ, ਬੰਦੀ ਛੋੜ ਦਿਹਾੜਾ ਆਉਂਦਾ ਸੀ। ਭਾਈ ਮਨੀ ਸਿੰਘ ਜੀ ਨੇ ਸੋਚਿਆ ਵੀ ਇਸ ਸਾਲ ਜਿਹੜਾ ਦਿਹਾੜਾ ਜ਼ਰੂਰ ਮਨਾਉਣਾ, ਕਿਉਂਕਿ ਤੁਰਕ ਸਿੰਘਾਂ ਨੂੰ ਦਿਹਾੜਾ ਨਹੀਂ ਸੀ ਮਨਾਉਣ ਦਿੰਦੇ। ਸਿੰਘ ਇਕੱਠੇ ਵੀ ਨਹੀਂ ਸਨ ਹੁੰਦੇ, ਕਿਉਂਕਿ ਜਦੋਂ ਸਿੰਘਾਂ ਦਾ ਇਕੱਠ ਹੁੰਦਾ ਸੀ ਤੇ ਤੁਰਕਾਂ ਦਾ ਇਹ ਮਨਸੂਬਾ ਹੁੰਦਾ ਸੀ ਵੀ ਇਕੱਠੇ ਸਿੰਘਾਂ ਨੂੰ ਮਾਰ ਦਿਓ, ਤਾਂ ਸਿੰਘ ਇਕੱਠੇ ਨਹੀਂ ਸੀ ਹੁੰਦੇ ਤੇ ਉਹ ਮੇਲਾ ਵੀ ਨਹੀਂ ਸੀ ਲਾਣ ਦਿੰਦੇ। ਕਈ ਸਾਲਾਂ ਬਾਅਦ ਮੇਲਾ ਲੱਗਣਾ ਸੀ ਤੇ ਭਾਈ ਮਨੀ ਸਿੰਘ ਜੀ ਨੇ ਫਿਰ ਵਿਚਾਰ ਵਟਾਂਦਰਾ ਕੀਤਾ ਵੀ ਕਿਉਂ ਨਾ ਦੀਵਾਲੀ ਦਾ ਮੇਲਾ ਲਾਇਆ ਜਾਏ। ਉਹਨਾਂ ਨੇ ਲਾਹੌਰ ਦਰਬਾਰ ਤੱਕ ਪਹੁੰਚ ਕੀਤੀ ਤੇ ਜ਼ਕਰੀਆ ਖਾਨ ਸੂਬਾ ਹੁੰਦਾ ਸੀ ਲਾਹੌਰ ਦਾ, ਤੇ ਉਹਦੇ ਨਾਲ ਗੱਲਬਾਤ ਕੀਤੀ ਆ ਵੀ ਅਸੀਂ ਦੀਵਾਲੀ ਦਾ ਮੇਲਾ ਇੱਥੇ ਲਾਉਣਾ ਹੈ ਤੇ ਸਾਨੂੰ ਆਗਿਆ ਦੇ ਦਿਓ, ਤਾਂ ਕਿ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਖਾਲਸਾ ਪੰਥ ਗੁਰੂ ਕਾ ਪੁਰਬ ਮਨਾ ਲਵੇ। ਦੀਵਾਲੀ ਕੋਥੋਂ ਮੇਲਾ ਲਾਇਆ। ਤੇ ਇਸ ਤਰ੍ਹਾਂ ਦੀਵਾਲੀ ਦਾ ਦੀਪਮਾਲਾ ਦਾ ਜਿਹੜਾ ਮੇਲਾ ਸੀ, ਭਾਈ ਮਨੀ ਸਿੰਘ ਜੀ ਨੇ ਤੁਰਕਾਂ ਨਾਲ ਗੱਲਬਾਤ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਲਾਉਣ ਦਾ ਵਿਚਾਰ ਕੀਤਾ ਹੈ। ਤੁਰਕਾਂ ਨੇ ਥੋ ਟਕਾ ਚੁਕਾਇਆ। ਤੁਰਕ ਕਹਿੰਦੇ ਵੀ ਠੀਕ ਹੈ, ਸਾਨੂੰ ਖਰਚਾ ਚਾਹੀਦਾ। ਇਹ ਕਿਹਾ ਜਾਂਦਾ ਵੀ ਤੁਰਕ ਖਰਚਾ ਲੈ ਲੈਂਦੇ ਸਨ, ਜਿਹੜੀ ਚੜ੍ਹਤ ਆਉਂਦੀ ਸੀ ਉਹਦੇ ਵਿੱਚੋਂ ਖਰਚਾ ਲੈ ਲੈਣਾ, ਤੇ ਆਖਦੇ ਸਨ ਵੀ ਇੱਥੋਂ ਜਿੰਨੀਆਂ ਵੀ ਸੰਗਤਾਂ ਨੇ ਉਹਨਾਂ ਸੰਗਤਾਂ ਦਾ ਖਿਆਲ ਰੱਖਣਾ, ਰਖਵਾਲੀ ਕਰਨੀ, ਇਹ ਸਾਡਾ ਕੰਮ ਹੈ, ਵੀ ਸੰਗਤਾਂ ਨੂੰ ਤੰਗ ਕੋਈ ਨਹੀਂ ਕਰੇਗਾ। ਤੇ 10,000 ਟਕਾ ਜਿਹੜਾ ਸੀਗਾ ਉਹ ਦੇਣਾ ਮੁਕਰਰ ਕੀਤਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਲਾਹੌਰ ਦੇ ਸੂਬੇਦਾਰ ਨੂੰ, ਨਵਾਬ ਨੂੰ। ਇਸ ਪ੍ਰਕਾਰ 10,000 ਟਕਾ ਚੁਕਾਉਣਾ ਸੀ, ਉਹਦੇ ਬਦਲੇ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਮੇਲਾ ਲਾਉਣਾ ਸੀ। 10,000 ਰੁਪਇਆ ਠਹਿਰਾਇਆ। 10,000 ਰੁਪਇਆ ਠਹਿਰਾਇਆ ਹੈ। ਟਕਨ ਖਾਤਰ 3 ਦਰੋਗਾ ਬਹਾਇਆ। ਟਕਿਆਂ ਦੀ ਖਾਤਰ ਰੁਪਏ ਉਗਰਾਉਣ ਵਾਸਤੇ ਲਾਹੌਰ ਦੇ ਸੂਬੇਦਾਰ ਜ਼ਕਰੀਏ ਖਾਨ ਨੇ ਆਪਣਾ ਦਰੋਗਾ ਸ੍ਰੀ ਅੰਮ੍ਰਿਤਸਰ ਸਾਹਿਬ ਬਿਠਾ ਦਿੱਤਾ ਹੈ। ਨਵਾਬ ਕਹਿਓ ਤੁਮ ਮਤ ਚਿਤ ਡਰੋ। ਨਵਾਬ ਕਹਿਣ ਲੱਗਾ ਸਿੰਘਾਂ ਨੂੰ ਕਿ ਤੁਸੀਂ ਆਪਣੇ ਚਿੱਤ ਵਿੱਚ ਨਾ ਡਰੋ। 10 ਦਿਨ ਮੇਲਾ ਅਬ ਤੁਮ ਭਰੋ। ਤੁਸੀਂ 10 ਦਿਨਾਂ ਦਾ ਮੇਲਾ ਭਰ ਲਓ, 10 ਦਿਨ ਇੱਥੇ ਇਕੱਠ ਕਰ ਲਓ, ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਸਭੀ ਖਾਲਸੇ ਚਿੱਠੇ ਫਿਰਾਏ। ਤੇ ਭਾਈ ਮਨੀ ਸਿੰਘ ਜੀ ਨੇ ਇਸ ਤਰ੍ਹਾਂ ਸਾਰੇ ਖਾਲਸੇ ਪੰਥ ਵਿੱਚ ਚਿੱਠੀਆਂ ਭੇਜ ਦਿੱਤੀਆਂ ਹਨ। ਆਏ ਅੰਮ੍ਰਿਤਸਰ ਡੇਰੇ ਲਾਏ। ਤੇ ਖਾਲਸਾ ਜੀ ਦੀਵਾਲੀ ਦਾ ਮੇਲਾ ਇਸ ਸਾਲ ਮਨਾਇਆ ਜਾਏਗਾ ਅੰਮ੍ਰਿਤਸਰ ਸਾਹਿਬ, ਤੇ ਸਾਰੀਆਂ ਸੰਗਤਾਂ ਨੇ ਗੁਰੂ ਕੀ ਨਗਰੀ ਵਿੱਚ ਗੁਰੂ ਕੇ ਚੱਕ ਅੰਮ੍ਰਿਤਸਰ ਸਾਹਿਬ ਇਕੱਠੇ ਹੋਣਾ। ਹੁਣ ਜਿਨ੍ਹਾਂ ਨੂੰ ਚਿੱਠੀਆਂ ਪਹੁੰਚ ਗਈਆਂ ਉਹ ਸੰਗਤਾਂ ਇਕੱਤਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਈਆਂ ਹਨ। ਨਵਾਬ ਕਨ ਲੱਖੂ ਪਾਈ। ਇੱਧਰ ਜਿਹੜਾ ਨਵਾਬ ਸੀ ਨਾ ਜ਼ਕਰੀਆ ਖਾਨ, ਉਹਨੂੰ ਲੱਖੂ ਮਿਲਿਆ। ਇਹਨੂੰ ਲਖਪਤ ਰਾਏ ਕਹਿੰਦੇ ਸਨ। ਹਿੰਦੂ ਸੀ ਤੇ ਸਿੱਖਾਂ ਦਾ ਕੱਟੜ ਵਿਰੋਧੀ ਸੀ ਇਹ ਲਖਪਤ ਰਾਏ, ਬੜਾ ਵੈਰੀ ਸੀ ਸਿੰਘਾਂ ਦਾ। ਇਹਨੇ ਜਾ ਕੇ ਜ਼ਕਰੀਆ ਖਾਨ ਦੇ ਕੰਨ ਵਿੱਚ ਚੁਗਲੀ ਕਰ ਦਿੱਤੀ ਹੈ। ਇੱਧਰ ਹੁਣ ਮੇਲਾ ਨੇੜੇ ਆ ਗਿਆ ਸੀਗਾ, ਕੁਝ ਸੰਗਤਾਂ ਆ ਗਈਆਂ ਸਨ, ਹਲੇ ਕੁਝ ਸੰਗਤਾਂ ਨਹੀਂ ਸਨ ਆਈਆਂ। ਤੇ ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਲੱਖੂ ਸੀ ਉਹਨੇ ਜਾ ਕੇ ਲਾਹੌਰ ਦੇ ਸੂਬੇਦਾਰ ਦੇ ਕੰਨ ਦੇ ਵਿੱਚ ਇਹ ਗੱਲ ਪਾ ਦਿੱਤੀ
ਕਿਉਂਕਿ ਕਲਾਨੌਰ ਦਾ ਰਹਿਣ ਵਾਲਾ ਇਹ ਦੀਵਾਨ ਸੀਗਾ ਜ਼ਕਰੀਆ ਖਾਨ ਦਾ। ਇਹਨੇ ਚੁਗਲੀ ਕਰ ਦਿੱਤੀ ਹੈ। ਸਿੰਘ ਜਾਤ ਫਿਰ ਕਰੈ ਦੰਗਾਈ। ਆਖਣ ਲੱਗਾ ਵੀ ਸਿੰਘਾਂ ਦੀ ਜਾਤ ਹੀ ਇਹੀ ਹੈ ਵੀ ਉਹ ਦੰਗਾਈ ਨੇ, ਉਹ ਦੰਗਾ ਕਰਨ ਤੋਂ ਲੜਨ ਤੋਂ ਪਿੱਛੇ ਨਹੀਂ ਹਟਦੇ। ਤਬ ਨਵਾਬ ਨੇ ਫੌਜ ਚੜਾਈ। ਕਿਤੇ ਇਹ ਨਾ ਹੋਵੇ ਵੀ ਉਹ ਜਾਂਦਿਆਂ ਜਾਂਦਿਆਂ ਲਾਹੌਰ ਵੀ ਲੁੱਟ ਲੈਣ, ਉੱਥੇ ਉਹਨਾਂ ਦਾ ਇਕੱਠ ਹੋਣਾ ਹੈ। ਉਹ ਜਦੋਂ ਮੇਲਾ ਕਰਕੇ ਵਾਪਸ ਜਾਣਗੇ ਤੇ ਲਾਹੌਰ ਤੇ ਹਮਲਾ ਕਰ ਦੇਣਗੇ ਜਾਂ ਕਿਸੇ ਹੋਰ ਇਲਾਕੇ ਤੇ ਹਮਲਾ ਕਰ ਦੇਣਗੇ, ਲੁੱਟ ਖਸੁੱਟ ਕਰ ਲੈਣਗੇ। ਤੇ ਫਿਰ ਕੋਈ ਨਾ ਕੋਈ ਹੀਲਾ ਜ਼ਰੂਰ ਕਰਨਾ ਚਾਹੀਦਾ। ਨਾਲੇ ਮੌਕਾ ਸਾਡੇ ਕੋਲ ਵੀ ਜਦੋਂ ਸਾਰੇ ਸਿੰਘ ਇੱਕ ਜਗ੍ਹਾ ਤੇ ਇਕੱਠੇ ਹੋਣਗੇ ਨਾ, ਅਸੀਂ ਤਾਂ ਇਹੋ ਜਿਹਾ ਮੌਕਾ ਭਾਲਦੇ ਸੀ, ਆਪਾਂ ਸਾਰੇ ਸਿੰਘਾਂ ਨੂੰ ਮਾਰ ਦਿਆਂਗੇ। ਇਹ ਗੱਲ ਸੁਣ ਕੇ ਲਖਪਤ ਰਾਏ ਦੀ ਜ਼ਕਰੀਆ ਖਾਨ ਨੇ ਆਪਣੀ ਫੌਜ ਚੜ੍ਹਾ ਦਿੱਤੀ ਹੈ। ਦੀਵਾਨ ਲੱਖੂ ਕੇ ਗੈਲੇ ਲਾਈ। ਦੀਵਾਨ ਲਖਪਤ ਰਾਏ ਦੇ ਨਾਲ ਫੌਜ ਭੇਜ ਦਿੱਤੀ ਹੈ। ਤਬ ਲੱਖੂ ਕੋ ਖਾਨ ਨੇ ਕਹਿਓ। ਤੇ ਜ਼ਕਰੀਆ ਖਾਨ ਨੇ ਇਸ ਲੱਖੂ ਦੁਸ਼ਟ ਨੂੰ ਆਖਿਆ ਹੈ, ਰਾਮ ਤੀਰਥ ਜਾਏ ਡੇਰਾ ਲਹਿਓ। ਜਿੱਥੇ ਰਾਮ ਤੀਰਥ ਹੈ ਨਾ, ਉੱਥੇ ਜਾ ਕੇ ਤੂੰ ਆਪਣਾ ਡੇਰਾ ਲਾਣਾ ਹੈ। ਬਿਨ ਉਨ ਛੇੜਨ ਸਿੰਘ ਨਾ ਛਿੜਿਓ। ਜਿੰਨੀ ਦੇਰ ਤੱਕ ਸਿੰਘ ਤੈਨੂੰ ਕੁਝ ਨਾ ਕਹਿਣ, ਤੂੰ ਨਹੀਂ ਕੁਝ ਕਹਿਣਾ ਉਹਨਾਂ ਨੂੰ। ਇਹ ਨਹੀਂ ਵੀ ਪਹਿਲਾਂ ਜਾ ਕੇ ਤੂੰ ਉੱਥੇ ਵਾਅਦਾ ਕਰ ਦੇਵੇਂ। ਫੌਜ ਪੜੀ ਤੇ ਰਹੂਗ ਦਬਿਓ। ਤੇ ਜੇਕਰ ਉੱਥੇ ਫੌਜ ਆ ਜਾਏ ਨਾ ਸਿੰਘਾਂ ਦੀ, ਤੇ ਤੂੰ ਫਿਰ ਵੀ ਉੱਥੇ ਆਪਣੇ ਹਿਰਦੇ ਵਿੱਚ ਸਾਹਸ ਰੱਖਣਾ ਹੈ। ਹਾਂ, ਤੇਰੀ ਫੌਜ ਵੇਖ ਕੇ ਸਿੰਘ ਵੀ ਥੋੜ੍ਹੇ ਜਿਹੇ ਦੱਬੇ ਰਹਿਣਗੇ ਵੀ ਚਲੋ ਵੀ ਕਿਸੇ ਪ੍ਰਕਾਰ ਦਾ ਕੋਈ ਦੰਗਾ ਫਸਾਦ ਨਹੀਂ ਕਰਨਗੇ, ਤੇ ਤੂੰ ਵੀ ਸਿੰਘਾਂ ਨੂੰ ਨਹੀਂ ਛੇੜਦਾ। ਕਰੂਗ ਨਾ ਕੋ ਤਦੀ ਵਾਏ। ਕੋਈ ਉੱਥੇ ਤੱਦੀ ਵਾਹ ਨਹੀਂ ਕਰੇਗਾ, ਕਿਸੇ ਪ੍ਰਕਾਰ ਦਾ ਹੇਰ ਫੇਰ ਨਹੀਂ ਕਰੇਗਾ, ਕੋਈ ਤੰਗੀ ਨਹੀਂ ਕਰੇਗਾ। ਕਰ ਦਇਓ ਲੱਖੂ ਸਮਝਾਏ। ਇਸ ਤਰ੍ਹਾਂ ਲਖਪਤ ਰਾਏ ਨੂੰ ਜ਼ਕਰੀਆ ਖਾਨ ਨੇ ਸਮਝਾ ਦਿੱਤਾ। ਮਨਸੂਬਾ ਤਾਂ ਅੰਦਰ ਇਹੀ ਸੀਗਾ ਵੀ ਸਿੰਘ ਇਕੱਠੇ ਹੋਣਗੇ ਤਾਂ ਮਾਰ ਦਿਆਂਗੇ। ਨਾਲ ਸਮਝਾ ਦਿੱਤਾ ਵੀ ਪਹਿਲਾਂ ਨਹੀਂ ਕੁਝ ਕਹਿਣਾ ਸਿੰਘਾਂ ਨੂੰ, ਜੇ ਕੋਈ ਵਧੀਕੀ ਕਰੇਗਾ ਫਿਰ ਉਸ ਤੋਂ ਬਾਅਦ ਸੋਚਾਂਗੇ ਵੀ ਆਪਾਂ ਕੀ ਕਰਨਾ ਹੈ। ਹੋਣਹਾਰ ਸਗਵਾ ਬਣੀ ਆਈ। ਭਾਈ ਰਤਨ ਸਿੰਘ ਜੀ ਕਹਿੰਦੇ ਹੋਣਹਾਰੀ ਆਪਣੇ ਆਪ ਹੀ ਬਣ ਗਈ ਹੈ। ਹੋਣ ਸਕੇ ਪੰਥ ਬਚਨ ਟਲਾਏ। ਪੰਥ ਦਾ ਬਚਨ ਜਿਹੜਾ ਕੌਣ ਟਾਲ ਸਕਦਾ? ਜੋ ਬਚਨ ਪੰਥ ਨੇ ਕਰ ਦਿੱਤਾ ਉਹ ਹੋ ਕੇ ਹੀ ਰਹਿਣਾ ਹੈ। ਦੋਹਰਾ ਦੁਗਲੋ ਫੌਜੈ ਜਬ ਜੁੜੈ ਸੁਖ ਕਹਾਂ ਤਬ ਹੋਏ। ਭਾਈ ਸਾਹਿਬ ਜੀ ਕਹਿੰਦੇ ਜਦੋਂ ਦੋ ਫੌਜਾਂ ਆਪਸ ਵਿੱਚ ਇੱਕ ਜਗ੍ਹਾ ਤੇ ਜੁੜ ਜਾਣ ਤੇ ਫਿਰ ਸੁੱਖ ਕਿੱਥੋਂ ਭਾਲਦੇ ਹੋ? ਉਹ ਵੀ ਜਿਨ੍ਹਾਂ ਦਾ ਸੰਬੰਧ ਬਰੂਦ ਤੇ ਅੱਗ ਵਾਲਾ ਹੋਵੇ ਨਾ, ਤੇ ਜਦੋਂ ਇਹੋ ਜੀਆਂ ਫੌਜਾਂ ਇੱਕ ਜਗ੍ਹਾ ਤੇ ਬਹਿ ਜਾਣ ਉੱਥੇ ਕਦੇ ਸੁੱਖ ਨਹੀਂ ਮਿਲਦਾ। ਸਮੋ ਮਨੀ ਸਿੰਘ ਆ ਪੂਜੋ ਖਾਨ ਅਕਲ ਦਈ ਖੋਏ। ਇਧਰ ਭਾਈ ਮਨੀ ਸਿੰਘ ਜੀ ਦਾ ਸਮਾਂ ਵੀ ਨੇੜੇ ਆ ਗਿਆ ਸ਼ਹੀਦੀ ਦਾ। ਉਧਰ ਜ਼ਕਰੀਆ ਖਾਨ ਦੀ ਵੀ ਅਕਲ ਖੋਈ ਗਈ, ਉਹਦੀ ਮੱਤ ਤੇ ਪੜਦਾ ਪੈ ਗਿਆ। ਉਹਨੇ ਇਸੇ ਪ੍ਰਕਾਰ ਸਿੰਘਾਂ ਨੂੰ ਦਬਾਉਣ ਵਾਸਤੇ ਆਪਣੀ ਫੌਜ ਲਾਹੌਰ ਤੋਂ ਭੇਜ ਦਿੱਤੀ ਲਖਪਤ ਰਾਏ ਨਾਲ। ਚੌਪਈ ਨਿਵਾਬ ਕਲਿਓ ਗਈ ਵਿਕਾਈ। ਇਸ ਤਰ੍ਹਾਂ ਨਵਾਬ ਨੇ ਆਪਣੀ ਅਕਲ ਵਿਕਾ ਦਿੱਤੀ ਹੈ। ਬਰੂਦ ਅਗਨ ਸੋਚ ਹੈ ਮਿਲਾਈ। ਬਰੂਦ ਤੇ ਅੱਗ ਨੂੰ ਨਾ ਆਪਸ ਵਿੱਚ ਮਿਲਾਣਾ ਚਾਹੁੰਦੇ ਹਨ। ਸਾਹੇ ਦੋਏ ਉਹ ਮਸਤ ਸਿੰਘ ਦੋਏ। ਇਸੇ ਪ੍ਰਕਾਰ ਇੱਕ ਪਾਸੇ ਸਾਧ ਸੰਗਤ ਜੀ ਬਾਦਸ਼ਾਹ ਤੇ ਦੂਜੇ ਪਾਸੇ ਗੁਰੂ ਕੇ ਸਿੰਘ ਸਨ। ਭਾਈ ਸਾਹਿਬ ਜੀ ਕਹਿੰਦੇ ਇਹਨਾਂ ਦਾ ਮੇਲ ਕੀ ਹੈ? ਸਿੰਘਾਂ ਦਾ ਤੇ ਨਵਾਬ ਦਾ, ਸੂਬੇਦਾਰ ਦਾ, ਤੁਰਕਾਂ ਦਾ ਕੋਈ ਮੇਲ ਨਹੀਂ ਨਾ। ਜੈਸੇ ਦੋ ਬਾਦਸ਼ਾਹ ਇੱਕ ਜਗ੍ਹਾ ਤੇ ਵਿਰੋਧੀ ਨਹੀਂ ਰਹਿ ਸਕਦੇ, ਇਨ ਬਿਨ ਇਸੇ ਪ੍ਰਕਾਰ ਮਸਤ ਸਿੰਘ ਦੋਏ, ਤੇ ਦੋ ਜਿਹੜੇ ਸਿੰਘ ਸ਼ੇਰ ਨੇ ਉਹ ਇੱਕ ਜਗ੍ਹਾ ਤੇ ਨਹੀਂ ਰਹਿ ਸਕਦੇ। ਹੋਏ ਕਤਰ ਕਬ ਸੁਖ ਹੋਏ। ਜਦੋਂ ਇਹ ਇਕੱਠੇ ਹੋ ਜਾਣ ਕਦੇ ਸੁੱਖ ਨਹੀਂ ਵਰਤਦਾ। ਦੋ ਸ਼ੇਰ ਇਕੱਠੇ ਨਹੀਂ ਰਹਿ ਸਕਦੇ, ਦੋ ਬਾਦਸ਼ਾਹ ਇਕੱਠੇ ਨਹੀਂ ਰਹਿ ਸਕਦੇ। ਉਥੇ ਤੁਰਕ ਤੇ ਸਿੰਘ ਕਿਵੇਂ ਇਕੱਠੇ ਰਹਿ ਸਕਦੇ ਸਨ? ਫੌਜ ਸੁਨੀ ਜਬ ਆਈ। ਹੁਣ ਇੱਧਰ ਜਦੋਂ ਸਿੰਘਾਂ ਨੇ ਸੁਣ ਲਿਆ ਵੀ ਤੁਰਕਾਂ ਦੀ ਫੌਜ ਆ ਗਈ ਹੈ, ਤੋ ਸਿੰਘਨ ਦਿਲ ਔਰ ਵਿਹਾਈ। ਤੇ ਸਿੰਘਾਂ ਦੇ ਦਿਲ ਦੇ ਵਿੱਚ ਹੋਰ ਗੱਲ ਪੈਦਾ ਹੋ ਗਈ। ਹਾਲਾਂਕਿ ਭਾਈ ਸੁਬੇਗ ਸਿੰਘ ਹਰਾਂ ਨੇ ਵੀ ਭਾਈ ਮਨੀ ਸਿੰਘ ਨੂੰ ਦੱਸ ਦਿੱਤਾ ਸੀ ਵੀ ਤੁਰਕ ਚੜ੍ਹ ਕੇ ਆ ਰਹੇ ਨੇ। ਭਾਈ ਮਨੀ ਸਿੰਘ ਜੀ ਨੇ ਚਿੱਠੀਆਂ ਪਾ ਦਿੱਤੀਆਂ ਵੀ ਖਾਲਸਾ ਜੀ ਅੰਮ੍ਰਿਤਸਰ ਸਾਹਿਬ ਨਾ ਆਇਓ, ਤੁਰਕਾਂ ਦੇ ਮਨ ਵਿੱਚ ਖੋਟ ਆ ਗਈ ਹੈ। ਹੁਣ ਜਿਹੜੇ ਸਿੰਘ ਤਾਂ ਆ ਗਏ ਸਨ ਉਹਨਾਂ ਨੇ ਤਾਂ ਡੇਰਾ ਲਾ ਲਿਆ। ਕੁਝ ਰਾਹ ਵਿੱਚ ਆ ਰਹੇ ਸਨ, ਕਈਆਂ ਤੱਕ ਚਿੱਠੀਆਂ ਪਹੁੰਚ ਗਈਆਂ, ਕਈਆਂ ਤੱਕ ਨਹੀਂ ਪਹੁੰਚੀਆਂ। ਕਈ ਰਾਹ ਵਿੱਚ ਸਨ, ਕਈਆਂ ਨੂੰ ਰਾਹ ਵਿੱਚ ਖਬਰ ਮਿਲ ਗਈ। ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਤੁਰਕਾਂ ਦੇ ਮਨ ਵਿੱਚ ਖੋਟ ਆ ਗਈ, ਇੱਧਰ ਸਿੰਘਾਂ ਦੇ ਮਨ ਵਿੱਚ ਵੀ ਖਿਆਲ ਆ ਗਿਆ ਹੈ ਮਾਰਨ ਫੌਜ ਸੁਆਈ। ਕਿ
ਕਿ ਸਾਨੂੰ ਮਾਰਨ ਵਾਸਤੇ ਤੁਰਕਾਂ ਦੀ ਫੌਜ ਇੱਥੇ ਆ ਗਈ ਹੈ। ਸੂਤ ਇਨਹਿ ਕੋ ਹਮ ਕਬ ਭਾਈ। ਇਸੇ ਪ੍ਰਕਾਰ ਇਹਨਾਂ ਦੇ ਨਾਲ ਸਾਡੀ ਸੁਲ੍ਹਾ ਸਫਾਈ ਕਿਵੇਂ ਹੋ ਸਕਦੀ ਹੈ? ਕਦੇ ਨਹੀਂ ਹੋ ਸਕਦੀ। ਨਾ ਤੇ ਅਸੀਂ ਭਰੋਸਾ ਹੀ ਨਹੀਂ ਕਰ ਸਕਦੇ ਤੁਰਕ ਐਸੇ ਹਨ। ਆਪ ਆਪਣੇ ਜਾਤ ਸੁ ਭਏ। ਇਸੇ ਪ੍ਰਕਾਰ ਜਿਹੜੇ ਸਿੰਘ ਰਾਹ ਵਿੱਚ ਸਨ, ਜਿਨ੍ਹਾਂ ਨੂੰ ਖਬਰਾਂ ਮਿਲ ਗਈਆਂ, ਉਹ ਸਿੰਘ ਰਾਹ ਤੋਂ ਹੀ ਆਪਣੇ ਘਰਾਂ ਨੂੰ ਵਾਪਸ ਮੁੜ ਗਏ ਹਨ। ਨਾਤੇ ਕਿਛ ਬਿਨ ਹੀ ਨਏ। ਕਈਆਂ ਨੇ ਆ ਕੇ ਇਸ਼ਨਾਨ ਕਰ ਲਿਆ, ਕਈ ਇਸ਼ਨਾਨ ਕਰਕੇ ਚਲੇ ਗਏ ਤੇ ਕਈ ਬਿਨਾਂ ਇਸ਼ਨਾਨ ਤੋਂ ਹੀ ਵਾਪਸ ਮੁੜ ਗਏ। ਨਹਿ ਲੋਕੇ ਕੋ ਟਕੇ ਸੋ ਆਏ। ਇਸ ਤਰ੍ਹਾਂ ਜਦੋਂ ਸੰਗਤ ਨਾ ਆਈ, ਇਕੱਠ ਨਾ ਹੋਇਆ ਤੇ ਚੜਾਵਾ ਵੀ ਨਹੀਂ ਚੜਿਆ। ਤੇ ਜਿਹੜਾ ਹੁਣ ਦਰੋਗਾ ਉੱਥੇ ਬਿਠਾਇਆ ਸੀ ਜ਼ਕਰੀਆ ਖਾਨ ਨੇ, ਉਹ ਆਖੇ ਭਾਈ ਮਨੀ ਸਿੰਘ ਜੀ ਨੂੰ 10,000 ਰੁਪਇਆ ਦੇ। ਭਾਈ ਸਾਹਿਬ ਕਹਿੰਦੇ ਤੈਨੂੰ 10,000 ਰੁਪਇਆ ਕਿੱਥੋਂ ਦੇ ਦਈਏ? ਸੰਗਤ ਆਈ ਨਹੀਂ, ਤੁਹਾਡੀ ਕਰਤੂਤ ਕਰਕੇ ਸੰਗਤ ਨਹੀਂ ਆਈ, ਤੁਸੀਂ ਫੌਜ ਲਿਆ ਕੇ ਬਿਠਾ ਦਿੱਤੀ ਸਿੰਘਾਂ ਨੂੰ ਮਾਰਨ ਵਾਸਤੇ, ਇਸ ਕਰਕੇ ਸੰਗਤ ਦਾ ਇਕੱਠ ਨਹੀਂ ਹੋਇਆ। ਤੇ ਦਰੋਗਾ ਜਿਹੜਾ ਸੀ ਉਹਨੂੰ 10,000 ਰੁਪਇਆ ਨਹੀਂ ਮਿਲਿਆ। ਹੋਵਨ ਹਾਸ ਹੋਣੀ ਭਾਏ। ਹੁਣ ਹੋਣੀ ਜਿਹੜੀ ਸੀ ਉਹ ਹੋਣਹਾਰ ਨੂੰ ਭਾ ਗਈ ਹੈ। ਸੰਗਤ ਕਹਿਓ ਦਿਨ ਆਇਓ ਸੋਈ। ਜੋ ਸੰਗਤ ਨੇ ਬਚਨ ਕੀਤਾ ਸੀ ਉਹ ਜਿਹੜਾ ਦਿਨ ਨੇੜੇ ਆ ਗਿਆ। ਮਨੀ ਸਿੰਘ ਸਿਰ ਹੋਲੀ ਜੋਈ। ਭਾਈ ਮਨੀ ਸਿੰਘ ਜੀ ਉੱਪਰ ਜੋ ਹੋਣੀ ਵਰਤਣੀ ਸੀ, ਬੰਦ ਕੱਟਿਆ ਜਾਣਾ ਸੀ, ਉਹ ਸਮਾਂ ਨੇੜੇ ਆਇਆ ਹੈ। ਸਮਝ ਮਨੀ ਸਿੰਘ ਮਨ ਮੈਂ ਬਹਿਓ। ਭਾਈ ਮਨੀ ਸਿੰਘ ਜੀ ਨੇ ਵੀ ਸਾਰੀ ਗੱਲ ਆਪਣੇ ਮਨ ਵਿੱਚ ਸਮਝ ਲਈ ਹੈ। ਕਈ ਸਿੰਘਨ ਉਹਾਂ ਸਾਥ ਨਿਭਿਓ। ਤੇ ਕਈ ਸਿੰਘਾਂ ਨੇ ਉਹਨਾਂ ਦਾ ਉੱਥੇ ਸਾਥ ਵੀ ਨਿਭਾਇਆ। ਜਦੋਂ ਭਾਈ ਮਨੀ ਸਿੰਘ ਜੀ ਦੀ ਗ੍ਰਿਫਤਾਰੀ ਹੋਈ ਨਾ ਅੰਮ੍ਰਿਤਸਰ ਸਾਹਿਬ ਤੋਂ, ਇਕੱਲੀ ਉਹਨਾਂ ਦੀ ਗ੍ਰਿਫਤਾਰੀ ਇਕੱਲਿਆਂ ਦੀ ਨਹੀਂ ਹੋਈ, ਉਹਨਾਂ ਦੇ ਪੁੱਤਰ ਵੀ ਨਾਲ ਸਨ। ਵਿੱਚੋਂ 5 ਪੁੱਤਰਾਂ ਵਿੱਚੋਂ ਪੁੱਤਰ ਵੀ ਕੁਝ ਨਾਲ ਸਨ। ਹੋਰ ਕਈ ਸਿੰਘ ਉਹਨਾਂ ਦੇ ਨਾਲ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਨੂੰ ਲਾਹੌਰ ਵਿਖੇ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਜਿਸ ਤਰ੍ਹਾਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਹੋਵੇਗੀ, ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਇਹ ਕਥਾ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਪ੍ਰਾਣਨਾਥ, ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ, ਮੋਹਿ ਮਇਆ ਧਾਰ, ਅੰਧਕੂਪ ਮਹਾ ਭਿਆਨ, ਨਾਨਕ ਪਾਰਿਓ ਤਾ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।